ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿੱਲ ਦੇ ਪਿੰਡ ਮਾਜਰੀ ਦੇ ਵਿੱਚ, ਜਿੱਥੇ ਸਾਬਕਾ ਸਰਪੰਚ ਸਰਦਾਰਨੀ ਮਨਜਿੰਦਰ ਕੌਰ ਜੀ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਕਿਹੜੇ ਕੰਮ ਕੀਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਲਵਾਂਗੇ। ਬੀਬੀ ਮਨਜਿੰਦਰ ਕੌਰ ਜੀ ਦੇ ਪੁੱਤਰ ਸਰਦਾਰ ਗੁਰਦੀਪ ਸਿੰਘ ਧਾਲੀਵਾਲ ਜੀ ਦੇ ਨਾਲ, ਜੋ ਸਰਦਾਰਨੀ ਮਨਜਿੰਦਰ ਕੌਰ ਜੀ ਦੀ ਪੰਚਾਇਤ ਦੇ ਸਮੇਂ ਪਿੰਡ ਦੇ ਮੈਂਬਰ ਪੰਚਾਇਤ ਵੀ ਰਹਿ ਚੁੱਕੇ ਨੇ। ਪਰ ਜਦੋਂ ਗੱਲ ਆਉਂਦੀ ਹੈ ਪਿੰਡ ਦੀ, ਤਾਂ ਪਿੰਡ ਦੇ ਸੰਬੰਧ ਵਿੱਚ 2 ਲਾਈਨਾਂ ਸਿਟੀ ਲਾਈਵ ਚੈਨਲ ਵੱਲੋਂ। ਪਿੰਡ ਨੂੰ ਪਿੰਡ ਹੀ ਰਹਿਣ ਦੇਵੋ ਸਾਹਿਬ, ਸ਼ਹਿਰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਪਿੰਡਾਂ ਵਿੱਚ ਰਹਿ ਕੇ ਮਾਤਾ ਪਿਤਾ ਦੇ ਨਾਮ ਤੋਂ ਜਾਣੇ ਜਾਓਗੇ ਤੇ ਸ਼ਹਿਰ ਵਿੱਚ ਮਕਾਨ ਦੇ ਨੰਬਰਾਂ ਤੋਂ ਪਹਿਚਾਣ ਪਾਓਗੇ। ਜੀ ਹਾਂ, ਬਿਲਕੁਲ ਇਹ ਗੱਲ ਟੁਕਦੀ ਹੈ ਸਰਦਾਰ ਗੁਰਦੀਪ ਸਿੰਘ ਧਾਲੀਵਾਲ ਜੀ ਦੇ ਉੱਪਰ, ਜੋ ਸਰਦਾਰਨੀ ਮਨਜਿੰਦਰ ਕੌਰ ਜੀ ਦੇ ਕਾਰਜਕਾਲ ਦੇ ਦੌਰਾਨ ਮੈਂਬਰ ਪੰਚਾਇਤ ਵੀ ਰਹੇ। ਪੁੱਤਰ ਹੋਣ ਦੇ ਨਾਲ ਇਹਨਾਂ ਨੇ ਪਿੰਡ ਦੇ ਵਿੱਚ ਬਤੌਰ ਮੈਂਬਰ ਪੰਚਾਇਤ ਸੇਵਾ ਨਿਭਾਈ। ਆਓ ਆਪਾਂ ਗੱਲਬਾਤ ਕਰੀਏ ਸਰਦਾਰ ਗੁਰਦੀਪ ਸਿੰਘ ਧਾਲੀਵਾਲ ਜੀ ਦੇ ਨਾਲ। ਗੁਰਦੀਪ ਜੀ, ਆਪਾਂ ਤੁਹਾਡੇ ਨਾਲ ਤੁਹਾਡੇ ਕਾਰਜਕਾਲ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੀਪ ਜੀ, ਗੱਲ ਕਰਦੇ ਹਾਂ ਕਾਰਜਕਾਲ ਦੀ, ਪਰ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲ ਕਰਨ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਅੱਜ ਦੇ ਸਮੇਂ ਦੀ ਗੱਲ ਕਰ ਰਹੀਏ, ਜੋ ਹੁਣ ਦੌਰ ਚੱਲ ਰਿਹਾ। ਜਿਸ ਤਰ੍ਹਾਂ ਹੀ 2022 ਦੀਆਂ ਚੋਣਾਂ ਹੋਈਆਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤਾਂ ਲੋਕਾਂ ਦੇ ਵਿੱਚ ਇੰਝ ਜਾਪ ਰਿਹਾ ਸੀ ਵੀ ਇੱਕ ਬਦਲਾਵ ਆਏਗਾ। ਸੜਕਾਂ 'ਤੇ ਨਮੋਸ਼ੀ ਸੀ, ਖੁਸ਼ੀ ਨਹੀਂ ਸੀ, ਨਮੋਸ਼ੀ ਸੀ ਸੜਕਾਂ ਦੇ ਉੱਤੇ, ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਇੱਕ ਖੁਸ਼ੀ ਸੀ। ਪਰ ਜਿਸ ਤਰ੍ਹਾਂ ਹੀ ਸੰਗਰੂਰ ਦੀ ਜਿਮਨੀ ਚੋਣ ਦਾ ਰਿਜ਼ਲਟ ਆਇਆ, ਤਾਂ ਸੜਕਾਂ ਦੇ ਉੱਤੇ ਮੁੜ ਰੌਣਕਾਂ ਨਜ਼ਰ ਆ ਗਈਆਂ, ਜਦੋਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸੀਟ ਜਿਹੜੀ ਹੈ ਜਿਮਨੀ ਚੋਣ ਜੇਕਰ ਜਿੱਤੀ ਗਈ ਹੈ, ਤਾਂ ਉਹਦੇ ਵਿੱਚ ਕੁਰਬਾਨੀਆਂ ਵੀ ਬਹੁਤ ਗਈਆਂ ਨੇ। ਤੁਸੀਂ ਇਸ ਫਰਕ ਨੂੰ ਕਿੱਥੇ ਦੇਖਦੇ ਹੋ? ਐਕਚੁਅਲੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ, ਲੋਕਾਂ ਨੂੰ ਬਦਲਾਅ ਦਿਖਦਾ ਸੀਗਾ ਕਿ ਜਿਵੇਂ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਤੰਗ ਆ ਚੁੱਕੇ ਸੀ। ਉਹਨਾਂ ਨੂੰ ਇੱਕ ਨਵੀਂ ਜਾਗਦੀ ਕਿਰਨ ਆਮ ਆਦਮੀ ਪਾਰਟੀ ਦੀ ਲੱਗਦੀ ਸੀ। ਪਰ ਲੋਕਾਂ ਨੇ ਦੱਸਤਾ ਕਿ ਅਗਰ ਇੱਥੇ ਜਿਹੜਾ ਵੀ ਕੰਮਕਾਰ ਨਹੀਂ ਕਰੂਗਾ, ਲੋਕਾਂ ਨੇ ਉਹਨੂੰ ਸੰਘਰਸ਼ਣ 'ਤੇ ਰਹਿਣ ਨਹੀਂ ਦੇਣਾ। ਵੱਡੇ ਉਤਾਰ 'ਤੇ, ਬਟ ਹੁਣ ਤੁਸੀਂ ਸਾਹਮਣੇ ਦੇਖਿਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ, ਜਿਨ੍ਹਾਂ ਦੀ ਬਹੁਤ ਹੀ ਕੁਰਬਾਨੀ ਹੈ, ਹਰ ਪੰਜਾਬੀ ਨੇ ਇਸ ਵਾਰ ਉਹਨਾਂ ਦੇ ਜੋ ਮਿਹਣਾ ਦਿੰਦੇ ਸੀਗੇ ਕਿ ਮੈਨੂੰ ਤਾਂ ਆਪਣੀ ਕੌਮ ਹੀ ਹਰਾ ਦਿੰਦੀ ਹੈ, ਉਹ ਮਿਹਣਾ ਮਤਲਬ ਉਹਨਾਂ ਦਾ ਮੋੜਤਾ ਠੀਕ ਨਹੀਂ ਜੀ। ਪਰ ਦੇਖੋ ਕਾਫੀ ਚੇਂਜਿਸ ਹੋਣਗੀਆਂ ਹੁਣ, ਜਾਂ ਤਾਂ ਕੁਝ ਕਰਕੇ ਦਿਖਾਉਣਾ ਪਊਗਾ ਜੀ, ਹੈ ਜੀ, ਜਾਂ ਫਿਰ ਜਿਵੇਂ ਅੱਗੇ ਕਾਂਗਰਸ ਨੂੰ ਗੱਦੀਓਂ ਲਾਹਿਆ, ਐਂ ਆਮ ਆਦਮੀ ਪਾਰਟੀ ਨੂੰ ਲਾ ਦਿੱਤਾ ਜਾਊਗਾ ਜੀ। ਜਦੋਂ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੀ, ਜਦੋਂ ਤੁਹਾਡੇ ਵਰਗੇ ਨੌਜਵਾਨਾਂ ਦੇ ਚਿਹਰੇ ਸਾਹਮਣੇ ਆਉਂਦੇ ਨੇ, ਤਾਂ ਜੋ ਅੱਜ ਚਿਹਰਾ ਸਾਡੇ ਵਿੱਚ ਨਹੀਂ ਹੈ, ਔਰ ਉਸਦਾ ਇੱਕ ਗੀਤ ਜਿਹੜਾ ਸਰਕਾਰ ਨੂੰ ਇੰਨਾ ਜ਼ਿਆਦਾ ਚੁਭਿਆ, ਉਹ ਵੀ ਸਰਕਾਰ ਨੇ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ। ਆਪਾਂ ਗੱਲ ਕਰਦੇ ਹਾਂ ਸਵਰਗਵਾਸੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਜੀ ਦੀ। ਅਤੇ ਜੇਕਰ ਦੇਖਿਆ ਜਾਵੇ, ਸਰਕਾਰ ਦਾ ਜੋ ਸ਼ਖਸ ਇਸ ਵਕਤ ਦੁਨੀਆ ਵਿੱਚ ਨਹੀਂ ਹੈ, ਉਸ ਦੇ ਗੀਤ ਦਾ ਵੀ ਇੰਨਾ ਡਰ। ਜੇਕਰ ਦੇਖਿਆ ਜਾਵੇ ਪਿਛਲੇ ਸਮੇਂ ਦੇ ਵਿੱਚ, ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੀ ਫੋਟੋ ਦਾ ਵੀ ਅੱਜ ਸਰਕਾਰ ਨੂੰ ਡਰ ਹੈ। ਸੇਮ ਐਜ਼ ਇਟ ਇਜ਼ ਇਹੀ ਚੀਜ਼ ਦੇਖੀ ਜਾ ਰਹੀ ਹੈ ਕਿ ਉਸਦੇ ਗੀਤ ਦਾ ਇੰਨਾ ਡਰ, ਇੰਨਾ ਸੱਚ ਉਹਦੇ ਵਿੱਚ ਮਤਲਬ ਹੈ ਕਿ ਸਰਕਾਰ ਅੱਜ ਡਰਦੇ ਮਾਰੇ ਸੋਸ਼ਲ ਮੀਡੀਆ ਤੋਂ ਗੀਤ ਹਟਾ ਦਿੱਤਾ, ਪਰ ਜਿਹੜਾ ਨੌਜਵਾਨਾਂ ਦੇ ਦਿਲ ਵਿੱਚ ਹੈ ਉਹ ਗੀਤ ਨਹੀਂ ਹਟਾ ਸਕੇ। ਅਤੇ ਤੁਸੀਂ ਇਹਨੂੰ, ਇਸ ਸਰਕਾਰ ਦੇ ਕਦਮ ਨੂੰ ਕਿੱਥੇ ਦੇਖਦੇ ਹੋ? ਇਹ ਦੇਖੋ, ਨੌਜਵਾਨ ਦਿਲਾਂ ਦੀ ਧੜਕਨ, ਨੌਜਵਾਨ ਸਿੰਗਰ ਸ਼ੁਭਦੀਪ ਸਿੰਘ ਸਿੱਧੂ, ਚਲੋ ਜੋ ਅੱਜ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਬਹੁਤ ਹੀ ਗਾਣੇ ਨੇ ਜਿਨ੍ਹਾਂ ਨੂੰ ਸੁਣ ਕੇ ਅਸੀਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ, ਇੱਕ ਸ਼ਰਧਾਂਜਲੀ ਦੇ ਤੌਰ 'ਤੇ ਦੇਖ ਸਕਦੇ ਹਾਂ। ਪਰ ਜੋ ਉਹਨਾਂ ਦਾ SYL ਸੌਂਗ ਆਇਆ ਹੈ ਜੀ, ਜੋ ਉਹਨਾਂ ਦੇ ਬਾਅਦ ਵਿੱਚ ਰਿਲੀਜ਼ ਕੀਤਾ ਗਿਆ, ਸਰਕਾਰ ਨੂੰ ਪਤਾ ਨਹੀਂ ਕਾਹਦਾ ਡਰ ਆ ਜੀ ਸਿੱਖ ਕੌਮ ਤੋਂ, ਕਾਹਤੋਂ ਡਰਦੀ ਆ, ਕਾਹਤੋਂ ਸੈਂਟਰ ਗੌਰਮੈਂਟ ਨੂੰ ਕਿਸ ਚੀਜ਼ ਦਾ ਡਰ ਆ ਸਿੱਖਾਂ ਤੋਂ? ਹਰ ਆਜ਼ਾਦੀ ਸਾਤੋਂ ਕਿਹੜੀ ਚੀਜ਼ ਸਾਨੂੰ ਦਿੱਤੀ ਗਈ ਹੈ ਜੀ? ਸਾਰੀਆਂ ਸਾਤੋਂ ਖੋਹੀਆਂ ਗਈਆਂ ਨੇ। ਹਰਿਆਣਾ, ਹਿਮਾਚਲ, ਚੰਡੀਗੜ੍ਹ ਸਾਡੇ ਪੱਲੇ ਹੈ ਕੀ ਜੀ? ਇੱਕ ਛੋਟੀ ਜਿਹੀ ਸਟੇਟ ਹੈ ਸਾਡੇ ਪੱਲੇ। ਜੇ ਸਾਨੂੰ ਝੋਨਾ ਬੀਜਣ 'ਤੇ ਮਜਬੂਰ ਕੀਤਾ ਹੋਇਆ ਹੈ,
ਪਾਣੀ ਸਾਡੇ ਕੋਲ ਨਹੀਂ। ਸਾਡਾ ਪਾਣੀ ਧਰਤੀ ਦਾ ਲੈਵਲ ਦੇਖੋ ਕਿੱਥੇ ਪਹੁੰਚ ਚੁੱਕਿਆ ਜੀ। ਸਾਨੂੰ ਪਾਣੀ ਤਾਂ ਆਪਦੇ ਲਈ ਨਹੀਂ ਪੂਰਾ ਹੋ ਰਿਹਾ ਜੀ, ਅਸੀਂ ਕਿੱਥੋਂ ਦੇ ਦੇਣਾ। ਜਾਂ ਤਾਂ ਸਾਨੂੰ ਪੁਰਾਣੇ ਪੰਜਾਬੀ ਬੋਲਦੇ ਇਲਾਕੇ ਦਿੱਤੇ ਜਾਣ, ਠੀਕ ਹੈ ਜੀ, ਸਾਨੂੰ ਕੋਈ ਫਰਕ ਨਹੀਂ ਹੈ ਪੈਂਦਾ ਜੇ ਸਾਨੂੰ ਇਕੱਠੇ ਹੋ ਕੇ ਅਸੀਂ ਸਾਰੇ ਭਰਾ ਰਹਿ ਕੇ ਆਪਣਾ। ਹੁਣ ਆਪਾਂ ਦੇਖਿਆ ਹੀ ਆ ਕਿਸਾਨੀ ਅੰਦੋਲਨ ਦੇ ਵਿੱਚ ਕਿੱਦਾਂ ਸਾਰੀਆਂ ਸਟੇਟਾਂ ਇਕੱਠੀਆਂ ਹੋਈਆਂ ਨੇ ਜੀ, ਕੋਈ ਫਰਕ ਨਹੀਂ ਹੈਗਾ ਮੈਨੂੰ ਲੱਗਦਾ ਜੀ। ਤੁਸੀਂ ਗੱਲ ਕਰੀ ਹੈ ਸੰਯੁਕਤ ਮੋਰਚਾ ਅੰਦੋਲਨ ਦੀ, ਤੇ ਤੁਸੀਂ ਐਜ਼ ਏ ਐਡਵੋਕੇਟ ਵੀ ਕਾਨੂੰਨ ਦੀ ਸੇਵਾ ਨਿਭਾ ਰਹੇ ਹੋ ਲੁਧਿਆਣਾ ਕੋਰਟ ਦੇ ਵਿੱਚ। ਜਿੱਥੇ ਸੰਯੁਕਤ ਮੋਰਚਾ ਦੀ ਗੱਲ ਹੋਈ ਉੱਥੇ ਇੱਕ ਸਵਾਲ ਹੋਰ, ਹੁਣ ਦੇ ਸਮੇਂ ਨੀਅਰ ਅਬਾਊਟ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਹਲਕਾ ਗਿੱਲ ਦੇ ਹੀ ਪਿੰਡ ਕਾਲਖ ਦੇ ਵਿੱਚ ਕੁਝ ਪਿੰਡਾਂ ਦੇ ਜਿਹੜੇ ਕਿਸਾਨ ਵੀਰ ਸੀ ਉਹਨਾਂ ਦੀ ਜ਼ਮੀਨ ਦੇ ਉੱਤੇ ਸਰਕਾਰ ਜ਼ਬਰਦਸਤੀ ਕਬਜ਼ਾ ਕਰ ਰਹੀ ਹੈ ਐਕਸਪ੍ਰੈਸ ਵੇ ਦੇ ਲਈ। ਇਸ ਨੂੰ ਤੁਸੀਂ ਕਿੱਥੇ ਦੇਖਦੇ ਹੋ ਕਿ ਐਕਸਪ੍ਰੈਸ ਵੇ ਸਾਡੇ ਪੰਜਾਬੀਆਂ ਦੇ ਲਈ ਜ਼ਰੂਰੀ ਆ? ਦੇਖੋ, ਆਉਣ ਵਾਲੇ ਸਮੇਂ ਲਈ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਹਰ ਚੀਜ਼ ਦੀ ਤਰੱਕੀ ਚਾਹੀਦੀ ਹੈ ਦੇਸ਼ ਦੇ ਵਿੱਚ, ਪਰ ਆਪਾਂ ਜੇ ਚਾਹੀਏ ਕਿ ਆਪਣੀ ਕਿਸਾਨੀ ਮਤਲਬ ਸਾਨੂੰ ਉਜਾੜ ਕੇ ਸਾਡੇ ਉੱਪਰ ਦੀ ਸੜਕਾਂ ਨਿਕਲਣ, ਇਹ ਤਾਂ ਨਹੀਂ ਮਨਜ਼ੂਰ ਹੈ ਜੀ। ਸਾਡੀ ਰੋਜੀ ਰੋਟੀ ਖੋਈ ਜਾ ਰਹੀ ਹੈ। ਪਹਿਲਾਂ ਹੀ ਜ਼ਮੀਨਾਂ ਬਹੁਤ ਘੱਟ ਨੇ ਜੀ ਸਾਡੇ ਜ਼ਿਲ੍ਹਾ ਲੁਧਿਆਣਾ ਵਿੱਚ। ਆਮ ਜ਼ਿਮੀਂਦਾਰ ਕੋਲੇ 3 ਤੋਂ 5 ਕਿੱਲੇ ਤੋਂ ਘੱਟ ਹੀ ਜ਼ਮੀਨਾਂ ਨੇ ਜੀ, ਮਾਲਕ ਨੇ। ਪਰ ਦੇਖੋ ਤੁਸੀਂ ਕਿੱਥੋਂ ਸਬਰ ਹੋਊਗਾ ਜੀ, ਕਿੱਥੋਂ ਰੋਟੀ ਮਤਲਬ ਖਾਵਾਂਗੇ ਜੀ। ਕੰਮਕਾਰ ਰਹੇ ਨਹੀਂ ਹੈਗੇ ਜੀ, ਜਿਹੜੇ ਨੌਜਵਾਨ ਨੇ ਬਾਹਰ ਜਾ ਰਹੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਜਾਂ ਤਾਂ ਸਾਨੂੰ ਉਨਾ ਮੁੱਲ ਦਿੱਤਾ ਜਾਵੇ ਕਿ ਅਸੀਂ ਆਪਦੀ ਕਿਤੇ ਹੋਰ ਜ਼ਮੀਨ ਲੈ ਸਕੀਏ, ਕਿਉਂਕਿ ਇੱਥੋਂ ਉੱਜੜ ਕੇ ਜੇ ਦੂਸਰੀ ਜਗ੍ਹਾ 'ਤੇ ਜਾਂਦੇ ਹਾਂ ਉੱਥੇ ਇਹ ਤਾਂ ਹੈ ਨਹੀਂ ਕਿ ਹੁਣ ਪਿੰਡ ਦੇ ਵਿੱਚ ਅਗਰ ਸਾਡੇ ਕੋਲ 2 ਕਿੱਲੇ ਨੇ, ਅਗਰ ਉਹਨੂੰ ਵੇਚ ਕੇ ਆਪਾਂ ਜੇ ਸਾਨੂੰ 5-7 ਕਿੱਲੇ ਬਣਦੇ ਨੇ ਤਾਂ ਆਪਾਂ ਉੱਜੜ ਕੇ ਜਾ ਸਕਦੇ ਹਾਂ ਜੀ। ਜੇ ਆਪਾਂ ਇੱਥੇ ਵੀ 2 ਕਿੱਲੇ 'ਚ ਖੇਤੀ ਕਰਦੇ ਹਾਂ, ਗਾਹਾਂ ਜਾ ਕੇ ਵੀ ਆਪਾਂ ਨੂੰ 2 ਕਿੱਲੇ ਨਾ ਪੂਰੇ ਮਿਲਣ, ਫਿਰ ਕੀ ਫਾਇਦਾ ਜੀ। ਮੈਂ ਨਹੀਂ ਚਾਹੁੰਦਾ ਕਿ ਆਪਾਂ ਨੂੰ ਲੋੜ ਹੈ ਇਸ ਚੀਜ਼ ਦੀ। ਤੁਸੀਂ ਐਜ਼ ਏ ਐਡਵੋਕੇਟ ਕਾਨੂੰਨ ਦੀ ਸੇਵਾ ਨਿਭਾ ਰਹੇ ਹੋ, ਤੇ ਜੇਕਰ ਕਿਸੇ ਕਿਸਾਨ ਵੀਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਹੈ? ਮੈਂ ਸਾਡੇ ਪ੍ਰਧਾਨ ਨੇ ਜੀ ਕਾਲਖ ਤੋਂ, ਸਰਪੰਚ ਵੀ ਨੇ ਸਾਬਕਾ ਬਿੱਕਰ ਸਿੰਘ, ਉਹਨਾਂ ਨਾਲ ਹੀ ਮੇਰੀ ਜਿੱਦਣ ਇਹ ਇਨਸੀਡੈਂਟ ਹੋਇਆ ਨਾ ਜੀ, ਉਹਨਾਂ ਨੇ ਗਵਰਨਮੈਂਟ ਨੇ ਕਾਰਵਾਈ ਕੀਤੀ ਆ, ਮੈਂ ਉਹਨਾਂ ਨੂੰ ਕਿਹਾ ਸੀ ਕਿ ਜੋ ਵੀ ਪ੍ਰਧਾਨ ਨੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ, ਮੈਂ ਉਹਨੂੰ ਕਿਹਾ ਕਿ ਜੋ ਵੀ ਸੇਵਾ ਮਤਲਬ ਤੁਹਾਨੂੰ ਸਾਡੀ ਲੋੜ ਹੈ ਜੀ, ਅਸੀਂ ਆਪ ਦਾ ਡੈਲੀਗੇਟ ਭੇਜਾਂਗੇ ਜੀ। ਸਾਡੇ ਜਿੰਨੇ ਵੀ ਨੌਜਵਾਨ ਭਰਾ ਨੇ, ਲਾਇਰ ਨੇ, ਅਸੀਂ ਉਹਨਾਂ ਨੂੰ ਪ੍ਰੋਪਰ ਇਹਨਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਦੇਵਾਂਗੇ, ਫ੍ਰੀ ਆਫ ਕਾਸਟ ਇਹਨਾਂ ਦੇ ਕੇਸ ਲੜਾਂਗੇ ਜੀ। ਜੋ ਵੀ ਇਹਨਾਂ ਨੂੰ ਸਾਡੇ ਵੱਲੋਂ ਚਾਹੀਦੀ ਹੋਊਗੀ ਜੀ, ਸਲਾਹ ਲੈਣੀ ਹੋਊਗੀ, ਅਸੀਂ ਹਰ ਫ੍ਰੀ ਮੁਫਤ ਸਲਾਹ ਦੇਵਾਂਗੇ ਜੀ। ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ। ਗੁਰਦੀਪ ਸਿੰਘ ਧਾਲੀਵਾਲ ਜੀ ਨੇ ਜੋ ਗੱਲ ਕਹੀ ਹੈ ਕਿਸਾਨ ਵੀਰਾਂ ਨੂੰ ਸਹਿਯੋਗ ਦੇਣ ਦੀ, ਇੱਥੋਂ ਸਰਕਾਰਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਪੰਜਾਬ ਸਿਰਫ ਤੇ ਸਿਰਫ ਲੰਗਰ ਲਗਾਉਣ ਲਈ ਹੀ ਮਸ਼ਹੂਰ ਨਹੀਂ ਹੈ। ਪੰਜਾਬ ਸਿਰਫ ਛਬੀਲਾ ਲਗਾ ਕੇ ਪਿਆਸ ਬੁਝਾਉਣ ਲਈ ਇਹ ਮਸ਼ਹੂਰ ਨਹੀਂ ਹੈ। ਪੰਜਾਬ ਦੇ ਪੰਜਾਬੀ ਨੂੰ ਜਦੋਂ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਹਰ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦਾ ਆ। ਆਓ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਮਾਜਰੀ ਦੇ ਸੰਬੰਧ ਵਿੱਚ। ਗੁਰਦੀਪ ਜੀ, ਇਹ ਚਾਨਣਾ ਪਾਓ, ਜਦੋਂ ਸਰਦਾਰਨੀ ਮਨਜਿੰਦਰ ਕੌਰ ਜੀ ਦੀ ਪੰਚਾਇਤੀ ਕਾਰਜਕਾਲ ਸੀ ਤੇ ਉਸ ਸਮੇਂ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਕਿੰਨੀ ਸੀ ਔਰ ਉਸ ਤੋਂ ਆਮਦਨ ਕਿੰਨੀ ਸੀ? ਸਾਡੇ ਟੋਟਲ ਜ਼ਮੀਨ ਤਕਰੀਬਨ 10 ਏਕੜ ਹੈ ਜੀ, ਜਿਸ ਦੇ ਵਿੱਚ ਜਦੋਂ ਮੇਰੇ ਮਾਤਾ ਜੀ ਸਰਪੰਚ ਸੀਗੇ ਉਸ ਟਾਈਮ ਦੇ ਵਿੱਚ ਤਕਰੀਬਨ 4 ਲੱਖ ਰੁਪਏ ਦੀ ਆਮਦਨ ਸੀਗੀ, ਜ਼ਮੀਨੀ ਆਮਦਨ ਸਾਡੇ, ਜਿਹਦੇ ਵਿੱਚੋਂ ਅਸੀਂ ਪਿੰਡ ਦੇ ਵਿਕਾਸ ਕੀਤਾ ਜੀ, ਤੇ ਕਾਫੀ ਪਿੰਡ ਦੇ ਕੰਮ ਕੀਤੇ ਗਏ ਨੇ ਜੀ। ਜਦੋਂ ਪਿੰਡ ਦੇ ਵਿਕਾਸ ਕੰਮਾਂ ਦੀ ਗੱਲ ਆਉਂਦੀ ਹੈ, ਹੁਣ ਨਾਲ ਇਹ ਵੀ ਚਾਨਣਾ ਪਾ ਦਿਓ ਕਿ 2017 ਦੀ ਜਦੋਂ ਇਲੈਕਸ਼ਨ ਹੋਈ ਸੀ ਤੇ ਉਸ ਤੋਂ ਕੁਝ ਸਮਾਂ ਪਹਿਲਾਂ ਸੂਬਾ ਸਰਕਾਰ ਨੇ ਪਿੰਡਾਂ ਨੂੰ ਫੰਡ ਦਿੱਤੇ ਸੀ, ਗ੍ਰਾਂਟਾਂ ਦਿੱਤੀਆਂ ਸੀ, ਤੇ ਸੂਬਾ ਸਰਕਾਰ ਕੰਨਿਓ ਤੁਹਾਡੀ ਪੰਚਾਇਤ ਨੂੰ ਕਿੰਨੀ ਗ੍ਰਾਂਟ ਆਈ ਸੀ? ਸਾਡੇ ਤਕਰੀਬਨ 5 ਤੋਂ 7 ਲੱਖ ਦੇ ਕਰੀਬ ਪੈਸੇ ਆਏ ਸੀਗੇ ਜੀ, ਜੋ ਗ੍ਰਾਂਟ ਦੇ ਤੌਰ ਤੇ, ਜਿਹਦੇ ਵਿੱਚੋਂ ਕੁਛ ਤਾਂ ਸਾਨੂੰ 2 ਲੱਖ ਰੁਪਏ ਸਾਨੂੰ ਮਿਲਿਆ ਹੀ ਨਹੀਂ ਜੀ। ਤਕਰੀਬਨ 5 ਲੱਖ ਹੀ ਕਹਿ ਸਕਦੇ ਹਾਂ ਜੀ, ਜਿਹਦੇ ਪਿੰਡ ਦੇ ਵਿਕਾਸ ਤੇ ਲਾਏ ਗਏ ਨੇ ਜੀ। ਤੇ ਜਿਹੜਾ ਤੁਸੀਂ ਦੱਸਿਆ ਵੀ 2 ਲੱਖ ਰੁਪਏ ਤੁਹਾਨੂੰ ਮਿਲਿਆ ਹੀ ਨਹੀਂ, ਉਹਦਾ ਕੀ ਕਾਰਨ ਰਿਹਾ? ਕੁਛ ਮਹਿਕਮੇ ਵੱਲੋਂ ਹੀ ਹੁੰਦੇ ਆ ਜੀ, ਚੈੱਕ ਲੇਟ ਹੋ ਗਏ ਜੀ, ਜਾਨੂੰ ਇਲੈਕਸ਼ਨ ਦਾ ਟਾਈਮ ਆ ਗਿਆ ਜੀ, ਚੋਣ ਜਾਬਤਾ ਲੱਗ ਗਿਆ ਸੀਗਾ ਜੀ, ਇਸ ਕਰਕੇ ਰਹਿ ਗਿਆ ਜੀ। ਹੁਣ ਇਹ ਵੀ ਚਾਨਣਾ ਪਾ ਦਿਓ ਨਾਲ ਕਿ ਤੁਹਾਡੀ ਪੰਚਾਇਤ ਨੇ ਆਪਣੇ ਕਾਰਜਕਾਲ ਦੇ ਦੌਰਾਨ ਪਿੰਡ ਦੇ ਕਿਹੜੇ-ਕਿਹੜੇ ਕੰਮ ਕਰਵਾਏ? ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਅਸੀਂ ਬਾਹਰਲੀ ਫਿਰਨੀ ਆ ਜੀ, ਉਹ ਸਾਡੇ ਤੋਂ ਜਿਹੜੇ ਪਹਿਲਾਂ ਸਰਪੰਚ ਸੀਗੇ ਸਰਦਾਰ ਗੁਰਚਰਨ ਸਿੰਘ, ਉਹਨਾਂ ਵੱਲੋਂ ਅੱਧੀ ਬਣਾ ਦਿੱਤੀ ਗਈ ਸੀ ਜੀ। ਉਹ ਕਾਫੀ ਚੌੜੀ ਕਰਕੇ ਬਣਾਈ ਗਈ ਆ, ਤੇ ਅਸੀਂ ਉਹ ਦੁਬਾਰਾ ਚੌੜੀ ਕਰਕੇ
ਤੇ ਉਹ ਪੱਕੀ ਕੀਤੀ ਗਈ ਹੈ ਜੀ। ਉਦੋਂ ਬਾਅਦ ਜਿੱਦਾਂ ਦੇਖਿਆ ਜਾਵੇ ਸਾਡੇ ਸਕੂਲ ਦੇ ਕਮਰੇ ਦੀ ਹਾਲਤ ਬਹੁਤ ਖਰਾਬ ਸੀਗੀ ਜੀ। ਛੱਤ ਗਾਡਰ ਵਾਲੇ ਸੀਗੇ ਜੀ, ਬੱਚੇ ਬੈਠ ਨਹੀਂ ਸਕਦੇ ਸੀ ਉੱਥੇ ਕਿਉਂਕਿ ਜਾਨੋ ਮਾਲ ਦਾ ਖਤਰਾ ਸੀ। ਫਿਰ ਉੱਥੇ ਲੈਂਟਰ ਲਗਾਇਆ ਗਿਆ ਜੀ, ਰਿਪੇਅਰ ਕੀਤੀ ਗਈ ਜੀ, ਸਾਰਾ ਸਕੂਲ ਦਾ ਕੰਮ ਕੀਤਾ ਗਿਆ। ਇੱਦਾਂ ਹੀ ਸਾਡੇ ਦਰਵਾਜ਼ਾ ਜੀ, ਪਿੰਡ ਦੀ ਜੋ ਸ਼ਾਨ ਹੁੰਦੀ ਹੈ, ਦਰਵਾਜ਼ਾ ਕੱਚਾ ਸੀਗਾ ਜੀ, ਉੱਥੇ ਵੀ ਗਾਡਰ ਵਾਲਾ ਸੀ ਪਹਿਲਾਂ, ਉਹ ਉਤਾਰ ਕੇ ਦੁਬਾਰਾ ਉੱਤੇ ਲੈਂਟਰ ਲਾਇਆ ਗਿਆ ਜੀ। ਐਂ ਹੀ ਉਹਦੀ ਸੁੰਦਰੀਕਰਨ ਕੀਤਾ ਗਿਆ ਜੀ। ਹੋਰ ਪਿੰਡ ਦੀਆਂ ਗਲੀਆਂ ਨਾਲੀਆਂ ਨੇ ਜੀ, ਜੋ ਵੀ ਕਿਉਂਕਿ ਸਾਡੇ ਕੋਲ ਗ੍ਰਾਂਟ ਸ਼ਾਰਟ ਸੀਗੀ, ਥੋੜ੍ਹੀ ਸੀਗੀ ਜੀ, ਉਸ ਵਜ੍ਹਾ ਨਾਲ ਅਸੀਂ ਜ਼ਿਆਦਾ ਵੱਡੇ ਲੈਵਲ ਦਾ ਕੰਮ ਨਹੀਂ ਕਰ ਸਕੇ ਕਿਉਂਕਿ ਪਹਿਲਾਂ ਵੀ ਗਲੀਆਂ ਤਾਂ ਬਣੀਆਂ ਹੋਈਆਂ ਸੀਗੀਆਂ, ਪਹਿਲਾਂ ਇੱਟਾਂ ਦੀਆਂ ਸੀਗੀਆਂ ਲੱਗੀ ਹੋਈਆਂ ਜੀ। ਹੁਣ ਅਸੀਂ ਇੰਟਰਲੋਕ ਲਾ ਦਿੱਤੀ ਗਈ ਹੈ। ਜਿੰਨੀਆਂ ਪਿੰਡ ਦੀਆਂ ਵਿਚਲੀਆਂ ਗਲੀਆਂ ਸੀਗੀਆਂ ਜੀ, ਉਹ ਸਾਰੀਆਂ ਇੰਟਰਲੋਕ ਲਾ ਕੇ ਪੱਕੀਆਂ ਕੀਤੀਆਂ ਗਈਆਂ। ਜਿੱਥੇ ਵੀ ਕਿਤੇ ਨਾਲੀਆਂ ਬਣਨ ਵਾਲੀਆਂ ਸੀਗੀਆਂ, ਨਾਲੀਆਂ ਬਣਾਈਆਂ ਗਈਆਂ ਜੀ। ਐਂ ਇੱਕ ਬਜ਼ੁਰਗਾਂ ਲਈ ਸਾਡੇ ਸ਼ੈੱਡ ਪਾ ਕੇ ਦਿੱਤਾ ਗਿਆ ਜੀ। ਅਤੇ ਇੱਦਾਂ ਦੇ ਤਕਰੀਬਨ ਕੰਮ ਕੀਤੇ ਗਏ ਨੇ। ਇੱਕ ਸਾਡੇ ਛੱਪੜ ਦਾ ਸਫਾਈ ਦਾ ਕੰਮ ਸੀਗਾ ਜੀ, ਛੱਪੜ ਦੀ ਪਟਾਈ ਅਤੇ ਡੂੰਘਾਈ ਸਾਫ਼ ਕੀਤਾ ਗਿਆ ਜੀ। ਇੰਨੇ ਹੀ ਸਾਡੇ ਕੋਲ ਪੈਸੇ ਸੀ ਜੋ ਪਿੰਡ ਦੀ ਆਮਦਨ ਦੇ ਨਾਲ ਇਹ ਕੰਮ ਕੀਤੇ ਗਏ ਨੇ ਜੀ। ਤੁਹਾਡੀ ਇਸ ਸਮੇਂ ਮੌਜੂਦਾ ਪੰਚਾਇਤ ਹੈ ਕਾਂਗਰਸੀ। ਸੱਚ ਦੱਸਿਓ ਕਿਉਂਕਿ ਕਾਨੂੰਨ ਦੀ ਸਿੱਖਿਆ ਦੀ ਤੁਸੀਂ ਸੇਵਾ ਕਰ ਰਹੇ ਹੋ ਕਿ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਬੈਠ ਕੇ ਇੱਕ ਟੇਬਲ ਤੇ ਗੁਫ਼ਤਗੂ ਕਰਦੇ ਨੇ? ਇੱਦਾਂ ਦਾ ਕੁਝ ਨਹੀਂ। ਦੇਖੋ ਪਿੰਡ ਦੇ ਵਿੱਚ ਰਹਿੰਦੇ ਆ ਜੀ, ਭਾਈਚਾਰਾ ਹੁੰਦਾ। ਜੇ ਭਾਈਚਾਰਕ ਸਾਂਝ ਆ ਸਾਡੀ ਪਿੰਡ ਦੇ ਵਿੱਚ, ਅਸੀਂ ਬਿਲਕੁਲ ਜੇ ਕਦੇ ਵੀ ਮੌਕਾ ਮਿਲਦਾ ਕਿਸੇ ਭਰਾ ਦੇ ਘਰ ਜਾਂ ਕਿਤੇ ਵੀ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ। ਇੱਦਾਂ ਦਾ ਨਹੀਂ ਹੈਗਾ ਜੀ, ਕੋਈ ਕਾਂਗਰਸ ਅਕਾਲੀ ਵਾਲਾ ਕੰਮ ਤਾਂ ਨਹੀਂ ਹੈਗਾ। ਜਿਵੇਂ ਹੁਣ ਸਾਡੇ ਪਿੰਡ ਮੁੰਡੇ ਆਮ ਆਦਮੀ ਪਾਰਟੀ 'ਚ ਨੇ, ਇਹ ਥੋੜ੍ਹਾ ਕਿ ਉਹ ਹੈ ਤਾਂ ਸਾਡੇ ਭਰਾ ਨੇ, ਮੇਰੇ ਭਤੀਜੇ ਨੇ ਜੀ, ਪਰ ਹੈ ਸਾਰੇ ਪਿੰਡ ਵਾਸੀ ਅਸੀਂ ਆਪਦੇ ਭਾਈਚਾਰਕ ਸਾਂਝ ਆ ਸਾਡੀ। ਇੱਦਾਂ ਦਾ ਕੁਝ ਨਹੀਂ ਹੈਗਾ ਕਿ ਅਸੀਂ ਸਾਡੀ ਕੋਈ ਦੁਸ਼ਮਣੀਆਂ ਨੇ ਜਾਂ ਕੁਝ ਨਹੀਂ। ਅਸੀਂ ਬਹਿ ਕੇ ਜ਼ਰੂਰ ਆਪ ਦੀ ਵਾਰਤਾਲਾਪ ਕਰ ਲੈਂਦੇ ਹਾਂ। ਤੇ ਤੁਹਾਡੀ ਪੰਚਾਇਤ ਨੇ ਜਦੋਂ ਆਪਣਾ ਕਾਰਜਕਾਲ ਛੱਡਿਆ ਤਾਂ ਉਸ ਸਮੇਂ ਕੰਮ ਕਿਹੜਾ ਸੀ ਜਿਹੜਾ ਅਧੂਰਾ ਰਹਿ ਗਿਆ? ਸਾਡੇ ਸਮੇਂ ਤਕਰੀਬਨ ਕੰਮ ਸਾਰੇ ਕੀਤੇ ਗਏ ਸੀ। ਇੱਕ ਤਾਂ ਜੀ ਬਾਹਰਲੀ ਜਿਹੜੀ ਫਿਰਨੀ ਹੈ ਜੀ, ਇੱਕ ਤਾਂ ਗੁਰਦੁਆਰੇ ਕੋਲੋਂ ਆਉਂਦਾ ਰਸਤਾ ਇਹ ਵਾਲਾ, ਇੱਕ ਰਵਿਦਾਸ ਭਗਤ ਕਰਨੀ ਰਾਹ ਜਾਂਦਾ ਜੀ। ਇਹਦੇ 'ਤੇ ਪੈਸੇ ਬਹੁਤ ਲੱਗਣੇ, ਸਾਡੇ ਕੋਲ ਆਮਦਨ ਉਨੀ ਹੈ ਨਹੀਂ ਸੀ ਅਤੇ ਕੁਦਰਤੀ ਸਾਨੂੰ ਗ੍ਰਾਂਟ ਵੀ ਘੱਟ ਮਿਲੀ ਸੀ ਜੀ। ਬਾਕੀ ਪਿੰਡਾਂ ਨਾਲੋਂ ਸਾਡੇ ਨਾਲ ਸਾਨੂੰ ਗ੍ਰਾਂਟ ਘੱਟ ਮਿਲੀ ਅਤੇ ਉਸ ਕਰਕੇ ਕੰਮ ਰਹਿ ਗਿਆ ਸੀਗਾ ਜੀ। ਉਹ ਸਾਨੂੰ ਲੱਗਦਾ ਸੀਗਾ ਕਿ ਜੇ ਪੈਸੇ ਹੁੰਦੇ ਤਾਂ ਅਸੀਂ ਉਹ ਵੀ ਸਿਰੇ ਚਾੜ੍ਹ ਦਿੰਦੇ। ਅਸੀਂ ਲਟਕਾਉਣਾ ਨਹੀਂ ਚਾਹੁੰਦੇ ਸੀਗੇ ਕਿ ਕੰਮ ਥੋੜ੍ਹਾ ਸ਼ੁਰੂ ਕਰਕੇ ਲੋਕਾਂ ਨੂੰ ਤੰਗ ਕਰਨਾ ਨਹੀਂ ਚਾਹੁੰਦੇ ਸੀ। ਅਤੇ ਗ੍ਰਾਂਟ ਹੁੰਦੀ ਤਾਂ ਜਿਵੇਂ ਬਾਕੀ ਗਲੀਆਂ ਨਾਲੀਆਂ ਕੰਪਲੀਟ ਕੀਤੀਆਂ ਨੇ ਤਾਂ ਉਹ ਵੀ ਜ਼ਰੂਰ ਕਰਦੇ ਜੀ। ਤੁਹਾਨੂੰ ਮੌਜੂਦਾ ਪੰਚਾਇਤ ਦੇ ਨਾਲ ਟੇਬਲ 'ਤੇ ਚਾਹ ਦਾ ਕੱਪ ਜਾਂ ਗੁਫ਼ਤਗੂ ਵਾਲਾ ਸਵਾਲ ਇਸ ਲਈ ਪੁੱਛਿਆ ਗਿਆ ਕਿਉਂਕਿ ਕਈ ਪਿੰਡਾਂ ਦੇ ਵਿੱਚ ਸਾਬਕਾ ਪੰਚਾਇਤ ਔਰ ਮੌਜੂਦਾ ਪੰਚਾਇਤ ਸਲਾਹ ਮਸ਼ਵਰੇ ਨਾਲ ਇੱਕਮਿਕ ਹੋ ਕੇ, ਜਿਸ ਤਰ੍ਹਾਂ ਕਿ ਪਿੰਡ ਕੋਟ ਆਗਾ ਵਿੱਚ ਤੁਹਾਡੇ ਨਾਲ ਦਾ ਹੀ ਗਵਾਂਢੀ ਪਿੰਡ ਹੈ, ਉੱਥੋਂ ਦੀ ਵੀ ਸਾਬਕਾ ਪੰਚਾਇਤ ਅਤੇ ਮੌਜੂਦਾ ਪੰਚਾਇਤ ਇਕੱਠੀ ਹੋ ਕੇ ਪਿੰਡ ਦੇ ਵਿਕਾਸ ਕੰਮ ਕਰਵਾ ਰਹੀ ਹੈ, ਜਿਸ ਕਾਰਨ ਤੁਹਾਨੂੰ ਇਹ ਸਵਾਲ ਪੁੱਛਿਆ ਗਿਆ। ਅਤੇ ਪਿੰਡ ਮਾਜਰੀ ਦੇ ਜੋ ਮੌਜੂਦਾ ਸਰਪੰਚ ਨੇ, ਉਹਨਾਂ ਦੇ ਸਬੰਧ ਵਿੱਚ ਹੀ, ਗਲੀ ਦੇ ਸਬੰਧ ਵਿੱਚ ਇੱਕ ਸਵਾਲ ਹੈ ਕਿਉਂਕਿ ਤੁਸੀਂ ਕਾਨੂੰਨੀ ਸੇਵਾ ਵੀ ਨਿਭਾ ਰਹੇ ਹੋ। ਹੁਣ ਇਹ ਵੀ ਜਾਣਕਾਰੀ ਦੇ ਦਿਓ ਕਿ ਕੀ ਪਿੰਡ ਦੇ ਵਿੱਚ ਜੇਕਰ ਇੱਕ ਗਲੀ ਦੇ ਸੱਜੇ ਔਰ ਖੱਬੇ ਦੋ ਘਰ ਇੱਕੋ ਪਰਿਵਾਰ ਦੇ ਹੋਣ ਤਾਂ ਕੀ ਉਹ ਗਲੀ ਨੂੰ ਆਪਾਂ ਛੱਡ ਸਕਦੇ ਹਾਂ? ਦੇਖੋ ਗੱਲ ਹੈਗੀ ਇਤਰਾਜ਼ ਦੀ। ਜੇ ਜਿੱਥੇ ਵੀ ਇਤਰਾਜ਼ ਲੱਗ ਜਾਂਦਾ ਹੈ ਜੀ, ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਜਿੱਥੇ ਕੋਈ ਇਤਰਾਜ਼ ਨਹੀਂ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ, ਉੱਥੇ ਕਿਹਨੇ ਕਹਿਣਾ ਕਿਸ ਨੇ। ਮੈਂ ਇੱਦਾਂ ਹੀ ਦੇਖ ਰਿਹਾ, ਸਾਡੇ ਇੱਕ ਡਾਕਟਰ ਨੇ ਹੋਮਿਓਪੈਥੀ ਦੇ, ਮੈਂ ਫਾਦਰ ਸਾਹਿਬ ਦੀ ਦਵਾਈ ਲੈਣ ਜਾਣਾ ਨਾ, ਉਹਨਾਂ ਦੀ ਕਲੋਨੀ ਦੇ ਵਿੱਚ ਲੈਫਟ ਸਾਈਡ ਵੀ ਕੋਠੀ ਹੈ ਕਾਰਨਰ 'ਤੇ, ਰਾਈਟ ਸਾਈਡ ਵੀ। ਉਹਨਾਂ ਨੇ ਮੇਰੇ ਖਿਆਲ ਨਾਲ 18 ਫੁੱਟੀ ਸੜਕ ਆ ਜੀ, ਉਹਦੇ ਉੱਪਰ ਜੀ ਛੱਤਿਆ ਹੋਇਆ। ਪਰ ਉੱਥੇ ਇਹ ਹੈਗਾ ਕਿ ਜਦ ਤੱਕ ਆਪਾਂ ਕੋਈ ਰੋਕ ਨਹੀਂ, ਓਬਜੈਕਟ ਨਹੀਂ ਕਰਦਾ ਜੀ, ਤਾਂ ਕਿਹਨੇ ਰੁਕਣਾ। ਮਤਲਬ ਕਹਿਣ ਤੋਂ ਭਾਵ ਇਹ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਏਰੀਏ ਨੂੰ ਆ ਕੇ ਹੈ ਨਾ ਚੈੱਕ ਕੀਤਾ ਜਾਂਦਾ ਆ, ਅਤੇ ਉਸ ਤਰ੍ਹਾਂ ਪਿੰਡਾਂ ਦੇ ਵਿੱਚ ਕੋਈ ਨਹੀਂ ਚੈਕਿੰਗ ਹੁੰਦੀ, ਜਿਸ ਦਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆਪਾਂ ਨਜਾਇਜ਼ ਫਾਇਦਾ ਹੀ ਚੁੱਕ ਰਹੇ ਹਾਂ ਇਸ ਗੱਲ ਦਾ, ਔਰ ਖਾਸ ਕਰਕੇ ਜਦੋਂ ਕਿ ਆਪਾਂ ਪਿੰਡ ਦੇ ਮੁਹੱਤਬਰ ਹਾਂ। ਬਿਲਕੁਲ, ਇਹ ਤਾਂ ਵਿਚਾਰਨ ਵਾਲੀ ਗੱਲ ਹੈ ਜੀ। ਜੇਕਰ ਇੱਕ ਸਰਪੰਚ ਹੀ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕੇਗਾ ਅਤੇ ਆਮ ਜਨਤਾ ਨੂੰ ਤਾਂ ਆਪਾਂ ਰੋਕਣ ਯੋਗੇ ਨਹੀਂ। ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਜੀ। ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਪਰ ਮੁਖੀ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਜੀ। ਚੰਗਾ ਨਹੀਂ ਲੱਗਦਾ ਕੋਈ ਵੀ, ਜੇ ਆਪਾਂ ਹੀ ਚੰਗੀ ਸੇਧ ਨਹੀਂ ਦੇਵਾਂਗੇ ਆਪਾਂ ਲੋਕਾਂ ਨੂੰ ਕਿੱਦਾਂ ਰੋਕਾਂਗੇ ਜੀ। ਮੇਰੇ ਖਿਆਲ ਨਾਲ ਤਾਂ ਇਹ ਗਲਤ ਚੀਜ਼ ਹੈਗੀ ਹੈ।
ਤੇ ਹੁਣ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਡੀ ਜਾਣਕਾਰੀ ਵਿੱਚ ਹੈ ਕਿ ਹੁਣ ਤੁਹਾਡੇ ਪਿੰਡ ਮਾਜਰੀ ਦੀ ਕੋਈ ਪੰਚਾਇਤੀ ਜ਼ਮੀਨ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ? ਨਹੀਂ, ਇੱਦਾਂ ਦਾ ਕੁਝ ਨਹੀਂ ਹੈ ਜੀ, ਕੋਈ ਕਬਜ਼ਾ ਨਹੀਂ ਹੈਗਾ ਪੰਚਾਇਤੀ ਜ਼ਮੀਨ ਦੇ ਵਿੱਚ। ਸਰਕਾਰ ਵੱਲੋਂ ਬਕਾਇਦਾ ਬੋਲੀ ਹੁੰਦੀ ਹੈ ਜੀ, ਬੋਲੀ ਦੇ ਕੇ ਹੀ ਬੋਲੀਕਾਰ ਮਤਲਬ ਜ਼ਮੀਨ ਮਾਮਲੇ 'ਤੇ ਲੈਂਦਾ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਤੇ ਹੁਣ ਵੀ ਤੁਹਾਡੇ ਪਿੰਡ ਦੇ ਮਾਜਰੀ ਦੇ ਵਿੱਚ ਆਮ ਇਜਲਾਸ ਹੋ ਕੇ ਹਟਿਆ, ਤੁਹਾਨੂੰ ਜਾਣਕਾਰੀ ਹੈ ਵੀ ਆਮ ਇਜਲਾਸ ਵਿੱਚ ਕਿਹੜੇ ਮਤੇ ਹੋਰ ਪਾਏ ਗਏ ਨੇ? ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਮੈਂ ਘਰੇਲੂ ਪ੍ਰੋਬਲਮਾਂ ਕਰਕੇ ਘਰੇ ਮੇਰੇ ਪਿਤਾ ਜੀ ਬਿਮਾਰ ਨੇ, ਇਸ ਕਰਕੇ ਮੈਂ ਜ਼ਿਆਦਾ ਧਿਆਨ ਨਹੀਂ ਦੇ ਸਕਦਾ। ਮੈਂ ਪਿਛਲੇ 5-6 ਮਹੀਨੇ ਤੋਂ ਐਕਟਿਵ ਨਹੀਂ ਹੈਗਾ ਜੀ ਇਸ ਮਾਮਲੇ 'ਚ। ਜਿਸ ਤਰ੍ਹਾਂ ਤੁਸੀਂ ਸਰਦਾਰਨੀ ਮਨਜਿੰਦਰ ਕੌਰ ਜੀ ਦੇ ਕਾਰਜਕਾਲ ਦੇ ਵਿੱਚ ਪਿੰਡ ਦੀ ਸੇਵਾ ਨਿਭਾਈ ਤੇ ਹੁਣ ਤੁਸੀਂ ਇੱਕ ਪ੍ਰਕਾਰ ਦਾ ਸੇਵਾ ਮੁਕਤ ਹੋ ਕੇ ਆਪਣੇ ਫਾਦਰ ਸਾਹਿਬ ਦੀ ਸੇਵਾ ਨਿਭਾ ਰਹੇ ਹੋ, ਪਰ ਇਸ ਸਮੇਂ ਦੌਰਾਨ ਤੁਹਾਨੂੰ ਪਿੰਡ ਦੇ ਵਿੱਚ ਸਮੱਸਿਆਵਾਂ ਨਜ਼ਰ ਆਉਂਦੀਆਂ ਹੋਣਗੀਆਂ, ਲੋਕ ਆ ਕੇ ਦੱਸਦੇ ਹੋਣਗੇ ਵੀ ਹੁਣ ਉਹਨਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ। ਕੀ ਜਾਣਕਾਰੀ ਦਿਓਗੇ ਕਿ ਕੀ ਤੁਹਾਡੇ ਪਿੰਡ ਮਾਜਰੀ ਦੇ ਲੋਕਾਂ ਨੂੰ ਇਸ ਸਮੇਂ ਕੋਈ ਸਮੱਸਿਆ ਹੈ? ਦੇਖੋ, ਛੋਟੀਆਂ ਪ੍ਰੋਬਲਮ ਤਾਂ ਹਰ ਪਿੰਡ ਵਿੱਚ ਹੀ ਹੁੰਦੀਆਂ ਨੇ ਜੀ। ਬਹੁਤ ਆਉਂਦੇ ਨੇ ਲੋਕ, ਕਈਆਂ ਦੇ ਰਾਸ਼ਨ ਕਾਰਡ ਨਹੀਂ ਬਣੇ ਜੀ, ਨੀਲੇ ਕਾਰਡ ਨਹੀਂ ਬਣੇ, ਹੋਰ ਬਹੁਤ ਕਿਸੇ ਦੀ ਪੈਨਸ਼ਨਾਂ ਰਹਿ ਚੁੱਕੀਆਂ ਨੇ ਜੀ। ਸਾਡੇ ਵੇਲੇ ਇਹ ਸੀਗਾ ਜੀ, ਸ਼ਿਵਾਲਕ ਸਾਹਿਬ ਵੱਲੋਂ ਖੁੱਲ੍ਹ ਛੁੱਟੀ ਸੀ, ਕੋਈ ਵੀ ਫਾਰਮ ਸਾਈਨ ਕਰਾ ਕੇ ਚਾਹੇ ਡਾਇਰੈਕਟ ਸਾਨੂੰ ਪਹੁੰਚਦਾ ਕਰੇ। ਸਾਡੇ ਵੱਲੋਂ ਵੀ ਮੈਂਬਰਾਂ ਨੂੰ ਕਿਹਾ ਜਾਂਦਾ ਸੀਗਾ ਕਿ ਸਾਰਿਆਂ ਦੀ ਫਾਰਮ ਤਿਆਰ ਕਰਾ ਕੇ ਆਪਾਂ ਪਹੁੰਚਦੇ ਕਰੀਏ, ਜਾਂ ਤੁਸੀਂ ਡਾਇਰੈਕਟ ਵੀ ਐਮਐਲਏ ਸਾਹਿਬ ਕੋਲ ਜਾ ਸਕਦੇ ਸੀ। ਉਹਨਾਂ ਦੇ ਹਮੇਸ਼ਾ ਘਰ ਦਰਵਾਜ਼ੇ ਖੁੱਲ੍ਹੇ ਹੁੰਦੇ ਸੀ, ਦਫ਼ਤਰ ਬਹਿੰਦਾ ਸੀਗਾ ਜੀ, ਉਹਨਾਂ ਦੇ ਹਰ ਕੰਮ ਮਤਲਬ ਕੀਤਾ ਜਾਂਦਾ ਸੀ। ਹੁਣ ਇਹ ਚੀਜ਼ਾਂ ਦੀ ਪ੍ਰੋਬਲਮ ਤਾਂ ਆਉਂਦੀ ਹੈ ਜੀ, ਲੋਕ ਤੁਰੇ ਫਿਰਦੇ ਨੇ ਗਰੀਬ ਆਦਮੀ, ਜਿਹੜੇ ਹੁਣ ਵਿਧਾਇਕ ਦੇ ਘਰ ਜਾਂ ਸਰਕਾਰੀ ਦਫ਼ਤਰਾਂ 'ਚ ਚੱਕਰ ਨਹੀਂ ਖਾ ਸਕਦੇ। ਉਹ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਕੋਲ ਆਉਂਦੇ ਨੇ, ਸਰਪੰਚ ਕੋਲੇ ਆਉਂਦੇ ਨੇ ਜਾਂ ਮੌਜੂਦਾ ਪੰਚ ਕੋਲੇ ਆਉਂਦੇ ਆ, ਉਹਨਾਂ ਦੇ ਫਰਜ਼ ਨੇ ਜੀ ਕੰਮ ਕਰਾਉਣ ਦੇ। ਸਾਡੇ ਵੇਲੇ ਇਹ ਜ਼ਰੂਰ ਸਹੂਲਤ ਸੀਗੀ, ਜਿਹਨੂੰ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਸੀ, ਉਹ ਅਗਰ ਸਾਡੇ ਤੱਕ ਪਹੁੰਚ ਕਰਦਾ ਸੀ ਤਾਂ ਅਸੀਂ ਉਹਨਾਂ ਦਾ ਕੰਮ ਪੂਰਾ ਕਰਕੇ ਦਿੱਤਾ ਜੀ। ਸਾਬਕਾ ਵਿਧਾਇਕ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਪਿੰਡਾਂ ਦੇ ਵਿੱਚ ਨੀਂਹ ਪੱਥਰ ਰੱਖ ਰਹੇ ਸੀ ਤੇ ਜਿਸ ਸਮੇਂ ਤੁਹਾਡੇ ਪਿੰਡ ਮਾਜਰੀ ਦੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੀਂਹ ਪੱਥਰ ਰੱਖਣ ਲਈ ਪਹੁੰਚੇ ਹੋਏ ਸੀ ਤੇ ਉਸ ਸਮੇਂ ਸਿਟੀ ਲਾਈਵ ਦੀ ਟੀਮ ਵੀ ਇੱਥੇ ਹੀ ਸੀ। ਸਿਟੀ ਲਾਈਵ ਦੀ ਟੀਮ ਦੇ ਕੈਮਰੇ ਦੇ ਸਾਹਮਣੇ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਮਾਫ ਨਹੀਂ ਹੋਏ, ਤੇ ਤੁਹਾਨੂੰ ਜਾਣਕਾਰੀ ਹੈ ਕਿ ਉਹ ਕਿਉਂ ਨਹੀਂ ਮਾਫ ਹੋਏ? ਕਿ ਗੁਰਦੁਆਰਾ ਸਾਹਿਬ ਵਿੱਚ ਪੰਚਾਇਤ ਵੱਲੋਂ ਅਨਾਉਂਸਮੈਂਟ ਨਹੀਂ ਕੀਤੀ ਗਈ ਕਿ ਫਾਰਮ ਭਰੇ ਜਾਣ? ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਘਰੇਲੂ ਮਜਬੂਰੀਆਂ ਕਾਰਨ ਮੈਂ 5-6 ਮਹੀਨੇ ਤੋਂ ਹਸਪੀਟਲਾਂ ਦੇ ਗੇਟ 'ਚ ਹੀ ਫਸਿਆ ਹੋਇਆ ਜੀ ਫਾਦਰ ਸਾਹਿਬ ਨੂੰ, ਇਸ ਕਰਕੇ ਇਲੈਕਸ਼ਨ ਦੇ ਸਮੇਂ ਦੇ ਵਿੱਚ ਵੀ ਮੈਂ ਨਹੀਂ ਰਹਿ ਸਕਿਆ। ਗੁਰਦੀਪ ਜੀ, ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਗਲੀਆਂ ਹੋਣਗੀਆਂ ਅੰਦਾਜ਼ਾ, ਕਿਉਂਕਿ ਸਮਾਂ ਹੋ ਗਿਆ, ਹੋ ਸਕਦਾ ਤੁਹਾਨੂੰ ਨਾ ਯਾਦ ਹੋਵੇ, ਬਟ ਅੰਦਾਜ਼ਾ ਤਾਂ ਹੋਏਗਾ ਕਿ ਪਿੰਡ ਦੇ ਅੰਦਰ ਛੋਟੀਆਂ ਗਲੀਆਂ ਕਿੰਨੀਆਂ ਨੇ ਤੇ ਵੱਡੀਆਂ ਕਿੰਨੀਆਂ? ਸਾਡੇ ਤਕਰੀਬਨ, ਜੇ ਮੈਂ ਗੱਲ ਕਰਾਂ ਡੇਲੋਂ ਰੋਡ ਤੋਂ ਜੀ, ਸਾਡੇ ਹੈਗੀ 1 2 3 ਹੈਗੀ ਰਵਿਦਾਸ ਭਗਤ ਪਿੰਡ ਦੀਆਂ ਅੰਦਰਲੀਆਂ ਗਲੀਆਂ ਨੇ, ਤਕਰੀਬਨ 5-6 ਗਲੀਆਂ ਹੈਗੀਆਂ ਜੀ ਜਿਹੜੀਆਂ ਪਿੰਡ ਦੇ ਵਿੱਚ ਮਤਲਬ ਕਨੈਕਟਡ ਨੇ। ਇਹ ਸਾਰੀਆਂ ਛੋਟੀਆਂ ਗਲੀਆਂ ਵੀ ਨੇ ਜੀ, ਜਿਹੜੇ ਆਮ ਘਰ ਨੇ, ਜ਼ਿਆਦਾਤਰ ਸਾਰੇ ਦਰਵਾਜ਼ੇ ਤੋਂ ਐਂਟਰੀ ਹੁੰਦੀ ਸੀ। ਆਹ ਐਂਟਰੀ ਤਾਂ ਬਾਅਦ ਵਿੱਚ ਖੁੱਲ੍ਹੀ ਆ ਨਾ ਜੀ, ਪਹਿਲਾਂ ਪੁਰਾਣੇ ਟਾਈਮ 'ਚ ਪਿੰਡ ਬੰਦ ਹੁੰਦਾ ਸੀ, ਸਾਰੀ ਐਂਟਰੀ ਦਰਵਾਜ਼ੇ ਤੋਂ ਲੋਕ ਅੰਦਰ ਵੜਦੇ ਸੀਗੇ। ਉਸ ਤਰ੍ਹਾਂ ਹੀ ਪੁਰਾਣੇ ਘਰ ਤਾਂ ਗੇਟ ਵਗੈਰਾ ਬਾਹਰ ਨੂੰ ਪਿੰਡ 'ਚੋਂ ਨਿਕਲਦੇ ਸੀ ਦਰਵਾਜ਼ੇ ਤੋਂ। ਤੁਹਾਨੂੰ ਇਹ ਵਾਜਬ ਨਹੀਂ ਲੱਗਦਾ ਕਿ ਇੱਕ ਹੀ ਗੇਟ ਤੋਂ ਜਦੋਂ ਐਂਟਰੀ ਹੁੰਦੀ ਸੀ ਤਾਂ ਆਪਾਂ ਨੂੰ ਪਤਾ ਲੱਗਦਾ ਸੀ ਕਿ ਕੌਣ ਆ ਰਿਹਾ ਕੌਣ ਜਾ ਰਿਹਾ? ਹੁਣ ਜਿਸ ਤਰ੍ਹਾਂ ਹੀ 4 ਚੁਫੇਰੇ ਤੋਂ ਪਿੰਡ ਖੁੱਲ੍ਹ ਗਿਆ ਤਾਂ ਸ਼ਰਾਰਤੀ ਅਨਸਰਾਂ ਦੀਆਂ ਸ਼ਰਾਰਤਾਂ ਵੀ ਵੱਧ ਜਾਂਦੀਆਂ ਨੇ। ਦੇਖੋ, ਉਸ ਸਮੇਂ ਦੇ ਵਿੱਚ ਵੀ ਇੰਸੀਡੈਂਟ ਹੁੰਦੇ ਸੀਗੇ ਜੀ, ਲੁੱਟਾਂ ਖੋਹਾਂ, ਮਤਲਬ ਬਜ਼ੁਰਗਾਂ ਨੇ ਬੜੀ ਸਿਆਣਪ ਨਾਲ ਪਿੰਡ ਵਸਾਏ ਹੋਏ ਸੀਗੇ ਜੀ। ਜਿਵੇਂ ਪੁਰਾਣੇ ਕਿਲੇ ਵੀ ਦੇਖ ਲਓ, ਇੱਕੋ ਹੀ ਦਰਵਾਜ਼ਾ ਹੁੰਦਾ ਸੀ, ਉੱਥੋਂ ਹੀ ਨਿਕਲਣਾ ਜਾਣਾ, ਪਿੰਡ ਦੀਆਂ ਔਰਤਾਂ ਬੱਚੇ ਹਰ ਮਤਲਬ ਵਰਗ ਸੇਫ ਹੁੰਦਾ ਸੀਗਾ ਜੀ। ਬਹੁਤ ਵਧੀਆ ਸੋਚ ਹੁੰਦੀ ਸੀ। ਅੱਜ ਕੱਲ੍ਹ ਤਾਂ ਪਤਾ ਨਹੀਂ ਲੱਗਦਾ ਜੀ ਗੇਟ 'ਤੇ ਕੌਣ ਖੜਾ ਰਹਿੰਦਾ। ਅੱਜ ਹੀ ਹੋਇਆ ਆਪਣੇ ਨਾਲ ਇੰਸੀਡੈਂਟ। ਤੇ ਹੁਣ ਇਹ ਵੀ ਚਾਨਣਾ ਪਾ ਦਿਓ ਕਿ ਤੁਹਾਡੇ ਪੰਚਾਇਤ ਦੇ ਕਾਰਜਕਾਲ ਦੇ ਵਿੱਚ ਪਿੰਡ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਸੀ ਤੇ ਹੁਣ ਕੀ ਹਾਲਾਤ ਨੇ? ਨਸ਼ਾ ਸਾਡੇ ਪਿੰਡ ਵੈਸੇ ਪਰਮਾਤਮਾ ਦੀ ਕਿਰਪਾ ਹੀ ਹੈ ਜੀ ਕਿ ਨਸ਼ੇ ਦਾ ਕੋਈ ਇੱਦਾਂ ਦਾ ਦਰਿਆ ਨਹੀਂ ਵਗਿਆ, ਪਰ ਅਗਰ ਜੋ ਵੀ ਹੈ ਸੀ, ਮੇਰੇ ਖਿਆਲ ਨਾਲ ਕਿ ਉਸ ਟਾਈਮ ਦੇ ਵਿੱਚ ਜਿਵੇਂ ਪੁਰਾਣੇ ਬਜ਼ੁਰਗ ਕੋਈ ਭੁੱਕੀ ਖਾਂਦਾ ਸੀਗਾ ਜਾਂ ਫੀਮ ਖਾਂਦਾ ਸੀ, ਉਹੀ ਬਜ਼ੁਰਗ ਨੇ ਜੀ ਜਿਹੜੇ ਅੱਗੇ ਮੇਰੇ ਖਿਆਲ ਨਾਲ ਹੁਣ ਜਿਹੜੀਆਂ ਹਸਪੀਟਲ ਵਿੱਚ ਦਵਾਈ ਮਿਲਦੀ ਹੈ ਨਸ਼ਾ ਛਡਾਊ, ਉਹ ਗੋਲੀਆਂ ਖਾਂਦੇ ਨੇ ਜੀ।
ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰੀ ਹਸਪਤਾਲ ਤੋਂ ਨਸ਼ਾ ਛੁਡਾਊ ਦੀ ਦਵਾਈ ਮਿਲ ਰਹੀ ਹੈ ਉਹ ਦਵਾਈ ਦੇ ਨਾਲ ਉਹ ਨਸ਼ਾ ਛੱਡ ਦੇਣਗੇ? ਦੇਖੋ, ਦੋ ਚੀਜ਼ਾਂ ਨੇ ਜੀ। ਜੇ ਤਾਂ ਆਪਾਂ ਟ੍ਰੀਟਮੈਂਟ ਕਰਾਉਣਾ ਵਾ, ਕਿ ਆਪਾਂ ਇਲਾਜ ਕਰਾ ਰਹੇ ਹਾਂ, ਫਿਰ ਇਕੱਲੀ ਉਹ ਗੋਲੀ ਨਾਲ ਤਾਂ ਨਹੀਂ ਇਲਾਜ ਹੋਣਾ ਜੀ। ਉਹਦੇ ਨਾਲ ਹੋਰ ਤਾਕਤ ਵਾਲੀਆਂ ਕੋਈ ਮਤਲਬ ਹੋਰ ਚੀਜ਼ਾਂ ਵੀ, ਮੈਡੀਸਨ ਵੀ ਨਾਲ ਲਵਾਉਣੀ ਪਊਗੀ। ਪ੍ਰੋਪਰ ਟ੍ਰੀਟਮੈਂਟ ਹੁੰਦਾ ਜੀ 3 ਮਹੀਨੇ ਦਾ, ਕੋਈ 6 ਮਹੀਨੇ ਦਾ। ਇਹ ਤਾਂ ਹੈ ਨਹੀਂ ਕਿ 4-4 ਸਾਲ ਤੋਂ ਆਪਾਂ ਦਵਾਈ ਗੋਲੀ ਖਾਈ ਜਾਣੀ ਆ। ਫਿਰ ਤਾਂ ਆਪ ਆਦੀ ਹੋ ਗਏ ਨਾ ਜੀ ਉਸ ਚੀਜ਼ ਦੇ। ਗੱਲ ਕਰਦੇ ਹਾਂ ਆਪਾਂ ਦੁਬਾਰਾ ਫਿਰ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਸਬੰਧ ਦੇ ਵਿੱਚ। ਜਦੋਂ ਗਲੀਆਂ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਸਰਕਾਰ ਦਾ ਇਹ ਕਹਿਣਾ ਹੈ ਕਿ ਪਿੰਡਾਂ ਨੂੰ ਪੋਰਸ਼ ਕਲੋਨੀਆਂ ਬਣਾ ਦਿੱਤਾ ਗਿਆ ਇੰਟਰਲੋਕ ਟਾਈਲਾਂ ਲਗਾ ਕੇ। ਤੁਸੀਂ ਇਹ ਚਾਨਣਾ ਪਾ ਦਿਓ ਕਿ ਜਿਹੜੇ ਕੰਮ ਦੇ ਉੱਤੇ ਕਾਂਗਰਸ ਸਰਕਾਰ ਆਪਣੀ ਮੋਹਰ ਲਗਾਉਂਦੀ ਹੈ ਉਸ ਨੂੰ ਅਕਾਲੀ ਸਰਕਾਰ ਨੇ ਸ਼ੁਰੂ ਕੀਤਾ ਸੀ। ਤੇ ਤੁਹਾਨੂੰ ਇਹਨਾਂ ਇੰਟਰਲੋਕ ਟਾਈਲਾਂ ਦੇ ਲਈ ਤੁਸੀਂ ਕਿੰਨੀਆਂ ਗਲੀਆਂ ਦੇ ਵਿੱਚ ਇੰਟਰਲੋਕ ਟਾਈਲਾਂ ਲਗਾਈਆਂ ਜਦੋਂ ਤੁਸੀਂ ਕਾਰਜਕਾਲ ਤੁਹਾਡੀ ਪੰਚਾਇਤ ਨੇ ਛੱਡਿਆ? ਤਕਰੀਬਨ ਦੇਖੋ, ਕੰਮ ਸ਼ੁਰੂ ਹੋਇਆ ਸੀ ਅਕਾਲੀ ਦਲ ਵੇਲੇ ਜੀ। ਜੋ ਕਾਂਗਰਸ ਦੇ ਵਿਧਾਇਕ ਨੇ, ਵੈਦ ਸਾਹਿਬ ਨੇ, ਇਹ ਮਤਲਬ ਹੁਣ ਤਾਂ ਆਪਦੀਆਂ ਗੱਲਾਂ ਹੀ ਮਾਰ ਰਹੇ ਨੇ, ਪਰ ਕੋਈ ਕੰਮ ਤਾਂ ਕੀਤਾ ਨਹੀਂ, ਕੋਈ ਦਿਖਦਾ ਨਹੀਂ ਹੈ ਜੀ ਕੰਮ ਹੋਇਆ ਪਿੰਡਾਂ ਦੇ ਵਿੱਚ। ਸ਼ਿਵਾਲਕ ਸਾਹਿਬ ਸੀ ਜਾਂ ਬਾਦਲ ਸਾਹਿਬ ਵੇਲੇ ਜੋ ਕੰਮ ਹੋਏ ਨੇ, ਚਾਹੇ ਪਿੰਡਾਂ ਦੇ ਲਾ ਲਓ ਚਾਹੇ ਸ਼ਹਿਰਾਂ ਦੇ ਲਾ ਲਓ। ਅਤੇ ਜੋ ਇੰਟਰਲੋਕ ਦਾ ਸੀਗਾ ਜੀ, ਸਾਡੇ ਸਮੇਂ ਮੇਰੇ ਖਿਆਲ ਨਾਲ 7-8 ਗਲੀਆਂ ਨੇ ਜੀ, ਜੋ ਛੋਟੀਆਂ ਵੀ ਨੇ ਅਤੇ ਪਿੰਡੋਂ ਘਰਾਂ ਤੱਕ ਪਹੁੰਚਦੀਆਂ ਨੇ। ਤਕਰੀਬਨ 7-8 ਗਲੀਆਂ 'ਚ ਇੰਟਰਲੋਕ ਟਾਈਲ ਲੱਗੀ ਹੈ ਜੀ, ਅਤੇ ਨਾਲੀਆਂ ਬਣਾਈਆਂ ਗਈਆਂ ਨੇ ਜੀ। ਸੋਚਣ ਦਾ ਵਿਸ਼ਾ ਇਹ ਹੈ ਕਿ ਜਦੋਂ ਇੰਟਰਲੋਕ ਟਾਈਲਾਂ ਦੀ ਗੱਲ ਆਉਂਦੀ ਹੈ ਤਾਂ ਕਾਂਗਰਸੀ ਸਰਪੰਚ ਭਾਈਚਾਰਾ ਤੇ ਕਾਂਗਰਸੀ ਵਿਧਾਇਕ ਬੜੇ ਹੀ ਗਰਦਨ ਨੂੰ ਤਾ ਦੇ ਕੇ ਆਖਦੇ ਨੇ ਕਿ ਅਸੀਂ ਪਿੰਡਾਂ ਨੂੰ ਪੋਰਸ਼ ਕਲੋਨੀਆਂ ਬਣਾ ਦਿੱਤਾ, ਜਦੋਂ ਕਿ ਅਕਾਲੀ ਸਰਕਾਰ ਦੇ ਹੁੰਦੇ ਹੀ ਪਿੰਡਾਂ ਦੀ ਇਸ ਦਿੱਖ ਨੂੰ ਚੇਂਜ ਕਰਨ ਦੇ ਬਾਰੇ ਇੱਕ ਵਿਉਂਤਬੰਦੀ ਚੱਲ ਪਈ ਸੀ। ਪਰ ਕੀ ਕਾਰਨ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਜਿਹੜੇ ਵਿਕਾਸ ਕੰਮ ਨੇ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਨੇ? ਕਿਉਂਕਿ ਤੁਹਾਡੀ ਪੰਚਾਇਤ ਤੋਂ ਪਹਿਲਾਂ ਜਿਹੜੀ ਪੰਚਾਇਤ ਸੀ ਉਹਨੇ ਵੀ ਪਿੰਡਾਂ ਦੀਆਂ ਗਲੀਆਂ ਬਣਵਾਈਆਂ, ਫਿਰ ਤੁਸੀਂ ਵੀ ਬਣਵਾਈਆਂ, ਅਤੇ ਹੁਣ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਵੀ ਬਣਵਾ ਰਹੀ ਹੈ। ਕੀ ਆਪਾਂ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਰਹਾਂਗੇ? ਨਹੀਂ, ਇੱਦਾਂ ਨਹੀਂ ਹੈਗਾ ਜੀ। ਦੇਖੋ, ਜੋ ਵੀ ਗੌਰਮੈਂਟ ਵੱਲੋਂ ਸਕੀਮ ਆਉਂਦੀ ਹੈ, ਜਿਵੇਂ ਪੰਚਾਇਤੀ ਫੰਡ ਆ ਜੀ, ਮਾਮਲਾ ਜ਼ਮੀਨ ਦਾ, ਉਹ ਕਿੰਨੀ ਕੁ ਆਮਦਨ ਹੁੰਦੀ ਹੈ? ਮੈਂ 3-4 ਲੱਖ ਰੁਪਈਆ 'ਚ ਉਹਦੇ ਨਾਲ ਕੋਈ ਕੰਮ ਸਿਰੇ ਨਹੀਂ ਚੜ੍ਹ ਸਕਦਾ। ਜਿਹੜਾ ਵੀ ਤੁਸੀਂ ਕੰਮ ਫੜੋ, ਉਹ ਗੌਰਮੈਂਟ ਵੱਲੋਂ ਹੀ ਜੋ ਆਪਾਂ ਨੂੰ ਗਰਾਂਟਾਂ ਆਉਂਦੀਆਂ ਨੇ ਉਹ ਪਹਿਲਾਂ ਹੀ ਪਾਸ ਹੋ ਕੇ ਆਉਂਦੀਆਂ ਨੇ ਕਿ ਕਿਹੜੇ ਕੰਮ 'ਤੇ ਲਾਈ ਜਾਣੀ ਹੈ ਜੀ। ਆਪਦੇ ਵੱਲੋਂ ਆਪਾਂ ਬਥੇਰੀ ਵਾਰ ਲਿਖ ਕੇ ਭੇਜ ਦਿੰਦੇ ਹਾਂ ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ, ਤਾਂ ਸਾਨੂੰ ਜਿਵੇਂ ਸਟਰੀਟ ਲਾਈਟਾਂ ਨੇ, ਮੈਂ ਆਪਦੇ ਵੇਲੇ ਵੀ ਡਿਮਾਂਡ ਕੀਤੀ ਸੀ ਕਿ ਸਾਨੂੰ ਸਟਰੀਟ ਲਾਈਟਾਂ ਦੀ ਲੋੜ ਹੈ ਪਿੰਡ ਦੇ ਵਿੱਚ ਜੀ, ਲਾਈਟਾਂ ਲੱਗਣੀਆਂ ਚਾਹੀਦੀਆਂ ਨੇ, ਸਟੇਡੀਅਮ ਵਧੀਆ ਬਣਨਾ ਚਾਹੀਦਾ ਸਾਡੇ ਪਿੰਡ, ਗਰਾਊਂਡ ਵਧੀਆ ਹੋਣੀ ਚਾਹੀਦੀ ਆ, ਜਿਮ ਹੋਣਾ ਚਾਹੀਦਾ ਜੀ। ਪਰ ਕੁਛ ਨਹੀਂ ਹੈ ਜੀ, ਜੋ ਅਸੀਂ ਡਿਮਾਂਡ ਕਰਦੇ ਹਾਂ ਉਹ ਚੀਜ਼ ਤਾਂ ਸਰਕਾਰਾਂ ਭੇਜਦੀਆਂ ਨਹੀਂ ਨਾ ਜੀ। ਦੇਖਿਆ ਜਾਵੇ ਪਿੰਡ ਮਾਜਰੀ 'ਚ ਬਹੁਤ ਕੁਝ ਚਾਹੀਦਾ ਪਰ ਹਲੇ ਕੁਝ ਵੀ ਨਹੀਂ ਦਿਸਦਾ। ਇੰਜ ਲੱਗ ਰਿਹਾ ਜਿਵੇਂ ਸਰਕਾਰਾਂ ਨਾ ਊਂਠ ਦੇ ਮੂੰਹ ਦੇ ਵਿੱਚ ਪੰਚਾਇਤ ਨੂੰ ਊਂਠ ਸਮਝ ਕੇ ਜੀਰਾ ਦੇ ਦਿੰਦੀਆਂ ਨੇ। ਅਤੇ ਜੇਕਰ ਗੱਲ ਕਰੀਏ ਆਪਾਂ ਮੌਜੂਦਾ ਪੰਚਾਇਤ ਦੀ, ਤੇ ਹੁਣ ਇਹ ਚਾਨਣਾ ਪਾਓ ਕਿ ਤੁਸੀਂ ਮੌਜੂਦਾ ਪੰਚਾਇਤ ਦੇ ਕੰਮਾਂ ਕਾਰਾਂ ਤੋਂ ਸੰਤੁਸ਼ਟ ਹੋ? ਨਹੀਂ, ਸੰਤੁਸ਼ਟ ਦੇਖੋ, ਪਿੰਡ ਦੇ ਵਿੱਚ ਕੋਈ ਵੀ ਕੰਮ ਹੁੰਦਾ ਬਹੁਤ ਖੁਸ਼ੀ ਮਿਲਦੀ ਹੈ ਕਿ ਚਾਹੇ ਉਹ ਇਹ ਨਹੀਂ ਹੁੰਦਾ ਕਿ ਅਕਾਲੀ ਦਲ ਨੇ ਕਰਾਇਆ ਜਾਂ ਕਾਂਗਰਸ ਨੇ ਕਰਾਇਆ, ਕੋਈ ਵੀ ਅਗਰ ਕੰਮ ਹੁੰਦਾ ਪਿੰਡ ਦਾ ਭਲਾ ਹੋ ਰਿਹਾ ਤਾਂ ਉਹਦੇ ਵਿੱਚ ਬਿਲਕੁਲ ਅਸੀਂ ਖੁਸ਼ ਹੋਵਾਂਗੇ ਜੀ। ਪਰ ਕੰਮ ਦਿਖਣੇ ਚਾਹੀਦੇ ਨੇ। ਅਤੇ ਫਿਰ ਹੁਣ ਇਹ ਵੀ ਦੱਸ ਦਿਓ ਕਿ ਕੀ ਮੌਜੂਦਾ ਪੰਚਾਇਤ ਨੇ ਤੁਹਾਡੇ ਸ਼ਬਦਾਂ ਵਿੱਚ ਪਿੰਡ ਦਾ ਕਿੰਨਾ ਭਲਾ ਕੀਤਾ ਆਪਣੇ ਕਾਰਜਕਾਲ ਵਿੱਚ? ਦੇਖੋ, ਇਹਦੇ ਬਾਰੇ ਤਾਂ ਉਹ ਦੱਸ ਸਕਦੇ ਨੇ ਜੀ ਕਿ ਉਹਨਾਂ ਨੇ ਤੁਹਾਨੂੰ ਨਜ਼ਰ ਆਉਂਦਾ ਹੋਏਗਾ ਨਾ ਭਲਾ ਕੀਤਾ ਹੋਇਆ? ਤਕਰੀਬਨ ਉਹੀ ਹੈਗਾ ਜੀ, ਜੋ ਕੰਮ ਸਾਡੇ ਵੱਲੋਂ ਅਸੀਂ ਲਿਖ ਕੇ ਦਿੱਤਾ ਹੋਇਆ ਸੀ ਕਿ ਆਹ ਚੀਜ਼ਾਂ ਸਾਨੂੰ ਗ੍ਰਾਂਟ ਦੀ ਲੋੜ ਹੈ, ਆਹ ਚੀਜ਼ਾਂ ਰਹਿੰਦੀਆਂ ਨੇ, ਉਹੀ ਆਈਆਂ ਨੇ ਜੀ। ਉਦੋਂ ਬਿਨਾਂ ਤਾਂ ਕੁਛ ਨਹੀਂ ਦਿੰਦਾ। ਅਤੇ ਭੱਲੇ ਦੇ ਵਿੱਚ ਇੱਕ ਭੱਲਾ ਹੋਰ ਵੀ ਆਉਂਦਾ, ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਆਪਣੀ ਗਲੀ ਛੱਤੀ ਹੋਈ ਹੈ, ਕੀ ਸਰਪੰਚ ਸਾਹਿਬ ਨੇ ਆਪਣੇ ਪਿੰਡ ਦੇ ਕਿਸੇ ਹੋਰ ਗਰੀਬ ਪਰਿਵਾਰ ਨੂੰ ਵੀ ਇਸ ਤਰ੍ਹਾਂ ਹੀ ਗਲੀ ਛਤਾ ਦਿੱਤੀ ਕਿ ਉਹਦਾ ਦੁੱਖ ਤਕਲੀਫ ਜੀ ਘਟ ਗਈ ਹੋਵੇ? ਕਿਉਂਕਿ ਇਹ ਵੀ ਭੱਲੇ ਵਿੱਚ ਹੀ ਹੋ ਗਿਆ ਨਾ ਗਰੀਬ ਪਰਿਵਾਰ ਲਈ। ਤਾਂ ਇਹ ਤਾਂ ਉਹੀ ਦੱਸ ਸਕਦੇ ਨੇ ਜੀ, ਹੁਣ ਉਹਨਾਂ ਨੂੰ ਜ਼ਿਆਦਾ ਪਤਾ, ਉਹ ਮੌਜੂਦਾ ਸਰਪੰਚ ਨੇ ਜੀ। ਅਤੇ ਆਪਾਂ ਹੁਣ ਗੱਲ ਕਰਦੇ ਹਾਂ ਹੁਣ ਦੇ ਮੌਜੂਦਾ ਵਿਧਾਇਕ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੀ। ਤੁਹਾਨੂੰ ਲੱਗਦਾ ਹੈ ਕਿ ਕੀ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਪਿੰਡ ਮਾਜਰੀ ਦੇ ਵਿਕਾਸ ਕੰਮਾਂ ਲਈ ਗ੍ਰਾਂਟ ਦੇਣਗੇ ਜਾਂ ਫਿਰ ਸਾਬਕਾ ਵਿਧਾਇਕ ਵਾਂਗ ਹੀ ਪਿੰਡਾਂ ਨੂੰ ਵਿਕਾਸ ਗ੍ਰਾਂਟ ਆਏਗੀ? ਦੇਖੋ, ਸਾਹਮਣੇ ਆ ਜਾਣਾ ਜੀ। ਹੋਰ ਆਹ 3 ਮਹੀਨੇ ਦੇ ਵਿੱਚ ਜੋ ਉਹਨਾਂ ਦਾ ਕਾਰਜਕਾਲ ਹੈ, ਆਪਾਂ ਸੰਗਰੂਰ ਇਲੈਕਸ਼ਨ ਤੋਂ ਪਤਾ ਹੀ ਲੱਗ ਗਿਆ। ਮੂਹਰੇ ਵੀ
ਅਗਰ ਜੋ ਕਰਨਗੇ ਤਾਂ ਸਾਹਮਣੇ ਹੀ ਆ ਜਾਣਾ ਜੀ। ਇਸ ਟੌਪਿਕ ਤੇ ਆਪਾਂ ਜਦੋਂ ਕੁਝ ਆਊਗਾ ਫਿਰ ਗੱਲ ਕਰ ਸਕਦੇ ਹਾਂ। ਚਲੋ ਤੁਸੀਂ ਨਾ ਦੁਬਾਰਾ ਉਸ ਟੌਪਿਕ ਤੇ ਆ ਗਏ। ਮੇਰੇ ਵੀ ਦਿਲ ਵਿੱਚ ਇੱਕ ਸਵਾਲ ਸੀਗਾ, ਮੈਂ ਸੋਚ ਰਹੀ ਸੀ ਸ਼ੁਰੂ ਵਿੱਚ ਕਲੀਅਰ ਕਰ ਲੈਂਦੇ, ਪਰ ਆਪਣਾ ਹੋ ਸਕਦਾ ਹੈ ਇਸ ਮੁਲਾਕਾਤ ਦਾ ਐਂਡ ਹੀ ਇਸ ਸਵਾਲ ਤੇ ਹੋਣਾ ਹੈ। ਕੀ ਕਾਰਨ ਹੈ ਕਿ ਸੰਗਰੂਰ ਦੀ ਜਿਮਨੀ ਚੋਣ ਦੀ ਜਿਹੜੀ ਖੁਸ਼ੀ ਹੈ ਉਹ ਕਾਂਗਰਸ ਔਰ ਅਕਾਲੀ ਇਹਨਾਂ ਦੋਨਾਂ ਪਾਰਟੀਆਂ ਵਿੱਚ ਵੱਧ ਪਾਈ ਜਾ ਰਹੀ ਹੈ? ਨਹੀਂ, ਇੱਦਾਂ ਨਹੀਂ ਹੈ ਜੀ। ਚਲੋ ਖੁਸ਼ੀ ਤਾਂ ਹੈ, ਕਿਉਂਕਿ ਬਹੁਤ ਕੁਰਬਾਨੀ ਹੈ ਜੀ ਉਹਨਾਂ ਦੀ, ਮਾਨ ਸਾਹਿਬ ਦੀ। ਦੇਖੋ ਕਿਹੜੇ ਟਾਈਮ ਦੇ ਵਿੱਚ MP ਬਣ ਚੁੱਕੇ ਸੀਗੇ ਜੀ, ਪਹਿਲਾਂ ਆਪਦੀ ਨੌਕਰੀ ਮਤਲਬ ਛੱਡੀ ਹੈ ਜੀ। ਕੁਰਬਾਨੀਆਂ ਸਿੱਖ ਕੌਮ ਦਾ ਹੁਣ ਉਹਨਾਂ ਨੇ ਜੋ ਕੁਰਬਾਨੀ ਦਿੱਤੀ ਉਹਨਾਂ ਨੇ ਮੁੱਲ ਮੋੜਿਆ ਜੀ ਕੌਮ ਨੇ। ਬਹੁਤ ਖੁਸ਼ੀ ਦੀ ਗੱਲ ਹੈ। ਚਲੋ ਦੂਜੀ ਖੁਸ਼ੀ ਇਹ ਵੀ ਹੈ ਜੀ ਕਿ ਜਿੱਥੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਦੀ ਸੀਟ ਤੇ ਬੈਠੇ ਨੇ, ਉਹੀ ਉਹਨਾਂ ਦੀ ਆਪਦੀ ਜੱਦੀ ਸੀਟ ਤੋਂ ਮਤਲਬ ਇਹ ਜਿੱਤ ਰਹੇ ਨੇ ਜੀ। ਇਹ ਵੀ ਖੁਸ਼ੀ ਹੈ ਕਿ ਜਿਨ੍ਹਾਂ ਨੇ ਇਸ ਸੀਟ ਤੋਂ ਉੱਠ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਮਾਨ ਸਾਹਿਬ, ਭਗਵੰਤ ਮਾਨ ਜੀ, ਅੱਜ ਉਹੀ ਸੀਟ ਉਹਨਾਂ ਦੀ ਪਾਰਟੀ ਹਾਰ ਚੁੱਕੀ ਹੈ, ਉਹ ਵੀ 3 ਮਹੀਨੇ ਦੇ ਵਿੱਚ। ਇਹ ਵੀ ਕਹਿ ਸਕਦੇ ਜਿਸ ਤਰ੍ਹਾਂ ਗਗਨ ਮਾਨ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਸੰਗਰੂਰ, ਤੇ ਰਾਜਧਾਨੀ ਤੋਂ ਹੀ ਆਮ ਆਦਮੀ ਪਾਰਟੀ ਦੇ ਖਾਲਸ ਵੋਟਰਾਂ ਨੇ ਖਾਲਸ ਜਵਾਬ ਦਿੱਤਾ। ਮੈਨੂੰ ਲੱਗਦਾ ਜੀ ਸਿੱਖਾਂ ਦੀ ਰਾਜਧਾਨੀ ਸੰਗਰੂਰ ਲੱਗਦੀ ਹੈ ਮੈਨੂੰ ਜੀ। ਇਹ ਆਮ ਆਦਮੀ ਪਾਰਟੀ ਤਾਂ ਨਹੀਂ ਹੈਗੀ, ਪਰ ਜਿਵੇਂ ਸਿਮਰਨਜੀਤ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਸ ਵਾਰ ਜਿੱਤ ਹਾਸਲ ਕੀਤੀ ਹੈ, ਤਾਂ ਲੱਗਦਾ ਹੈ ਕਿ ਸਿੱਖਾਂ ਦਾ ਗੜ੍ਹ ਹੈ ਜੀ ਸੰਗਰੂਰ। ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸੰਬੰਧ ਰੱਖਦੇ ਹੋ। ਇੱਕ ਗੋਲਡਨ ਚਾਂਸ ਸੀ ਇਹ ਬਾਦਲ ਸਾਹਿਬ ਦੇ ਲਈ, ਗੋਲਡਨ ਚਾਂਸ। ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਿਮਰਨਜੀਤ ਸਿੰਘ ਮਾਨ ਜੀ ਨੂੰ ਇਸ ਜਿਮਨੀ ਚੋਣ ਦੇ ਉੱਤੇ ਸਪੋਰਟ ਕਰਦੇ, ਤਾਂ ਤੁਹਾਨੂੰ ਇੰਜ ਜਾਪਦਾ ਹੈ ਕਿ ਗੋਲਡਨ ਚਾਂਸ ਤੋਂ ਅਕਾਲੀ ਪਾਰਟੀ ਪਿੱਛੇ ਰਹਿ ਗਈ? ਨਹੀਂ, ਬਿਲਕੁਲ ਸੋਚ ਸਕਦੇ ਹਾਂ, ਪਰ ਇੱਦਾਂ ਨਹੀਂ ਹੁੰਦਾ ਜੀ। ਪਾਰਟੀਆਂ ਦੇ ਆਪਦੇ ਵੀ ਡਿਸੀਜ਼ਨ ਹੁੰਦੇ ਨੇ ਕਿ ਵੱਡੇ ਸੋਚ ਆ ਜੀ ਉਹਨਾਂ ਦੀ, ਲੀਡਰ ਵੱਡੇ ਨੇ, ਵੱਡੀਆਂ ਪਾਰਟੀਆਂ ਨੇ, ਆਪਦੀ ਹਰੇਕ ਦੀ ਹੁੰਦੀ ਆ। ਇਹਦੇ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ। ਇਸ ਸਮੇਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਗ੍ਰਾਫ ਹੈ ਉਹ ਹੇਠਾਂ ਵੱਲ ਜਾ ਨਹੀਂ ਰਿਹਾ, ਜਾ ਹੀ ਚੁੱਕਿਆ। ਕੀ ਕਾਰਨ ਲੱਗਦਾ ਹੈ ਤੁਹਾਨੂੰ? ਇਹ ਗ੍ਰਾਫ ਕੀ ਕਦੇ ਉੱਪਰ ਉੱਠੇਗਾ? ਨਹੀਂ, ਬਿਲਕੁਲ ਉੱਠੂਗਾ ਜੀ। ਬਹੁਤ ਵਾਰ ਸਮਾਂ ਆਉਂਦਾ ਜੀ, ਕਈ ਵਾਰ ਡਾਊਨਫਾਲ ਜਾਂਦੀਆਂ ਨੇ, ਪਾਰਟੀਆਂ ਵੀ ਜਾਂਦੀਆਂ ਨੇ। ਬਥੇਰੀਆਂ ਪਾਰਟੀਆਂ ਆਪਾਂ ਤੋਂ ਪਹਿਲਾਂ ਦੇਖ ਚੁੱਕੇ ਹਾਂ ਆਪਣੇ ਬਜ਼ੁਰਗਾਂ ਦੇ ਟਾਈਮ ਕਿ ਥੱਲਿਓਂ ਉੱਪਰ ਉੱਠੀਆਂ ਨੇ, ਤਾਂ ਹੀ ਇੰਨੇ ਸਾਲ ਬਾਦਲ ਸਾਹਿਬ ਨੇ ਰਾਜ ਕੀਤਾ ਜੀ। ਪਹਿਲਾਂ ਕਿੰਨੇ ਵਾਰ ਕਦੇ MLA 'ਤੇ ਹੀ ਖੜ੍ਹੇ, ਕਈ ਵਾਰ ਕੋਈ ਵੀ ਮੈਂਬਰ ਪਹਿਲਾਂ ਵੀ ਹੋ ਚੁੱਕਿਆ ਕਿ ਇਸ ਵਾਰ ਕੀ ਨਹੀਂ ਜਿੱਤੇ। ਪਰ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਨਹੀਂ ਉੱਠੂਗਾ। ਜਦ ਤੱਕ ਸ਼੍ਰੋਮਣੀ ਅਕਾਲੀ ਦਲ ਹੈ ਜੀ, ਤਾਂ ਦੁਬਾਰਾ ਜ਼ਰੂਰ ਉੱਠੂਗੀ ਪਾਰਟੀ। ਜੇਕਰ ਗੱਲ ਕਰਦੇ ਆਪਾਂ ਵੱਡੇ ਬਾਦਲ ਸਾਹਿਬ ਦੀ, ਤਾਂ ਵੱਡੇ ਬਾਦਲ ਸਾਹਿਬ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੇ ਬੱਚਿਆਂ ਦੇ ਦਿਲ ਦੇ ਵਿੱਚ ਵੀ ਘਰ ਕਰੀ ਬੈਠੇ ਸੀ। ਅਤੇ ਬਾਦਲ ਸਾਹਿਬ ਤੋਂ ਬਾਅਦ ਮਜੀਠੀਆ ਜੀ ਨੇ ਨੌਜਵਾਨਾਂ ਨੂੰ, ਅਤੇ ਬਾਦਲ ਸਾਹਿਬ ਤੋਂ ਬਾਅਦ ਮਜੀਠੀਆ ਜੀ ਨੇ ਨੌਜਵਾਨਾਂ ਦੀ ਜਿਹੜੀ ਵਾਗਡੋਰ ਸੀ ਉਹਨਾਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਪਾਰਟੀ ਨੂੰ ਅੱਗੇ ਵਧਾਇਆ। ਪਰ ਹੁਣ ਮਜੀਠੀਆ ਜੀ ਤੋਂ ਬਾਅਦ, ਕਿਉਂਕਿ ਸ਼ਬਦਾਂ ਦੀ ਵਾਰਤਾਲਾਪ ਹੁੰਦੀ ਹੈ, ਮਜੀਠੀਆ ਜੀ ਜਿਹੜੇ ਸ਼ਬਦ ਬੋਲ ਦਿੰਦੇ ਨੇ ਉਹ ਸ਼ਬਦ ਦਾ ਸਾਹਮਣੇ ਵਾਲੇ ਨੂੰ ਤੋੜ ਨਹੀਂ ਮਿਲਦਾ। ਪਰ ਇਸ ਤਰ੍ਹਾਂ ਦਾ ਕੋਈ ਅਕਾਲੀ ਪਾਰਟੀ ਵਿੱਚ ਹੁਣ ਲੀਡਰ ਨਹੀਂ ਹੈ, ਕਿਉਂਕਿ ਜਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੁਝ ਬੋਲਦੇ ਨੇ ਜਾਂ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਕੋਈ ਸ਼ਬਦ ਬੋਲਦੀ ਹੈ ਤਾਂ ਦੂਸਰੀ ਵਿਰੋਧੀ ਪਾਰਟੀ ਨਾਲ ਦੀ ਨਾਲ ਉਹਦਾ ਤੋੜ ਕੱਢ ਲੈਂਦੀ ਹੈ। ਅਤੇ ਤੁਹਾਨੂੰ ਕੀ ਲੱਗਦਾ ਕਿ ਕੀ ਅਕਾਲੀ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਲੀਡਰ ਹੈ? ਦੇਖੋ, ਲੀਡਰ ਤਾਂ ਬਹੁਤ ਹੁੰਦੇ ਨੇ ਜੀ, ਥੋੜ੍ਹੀ ਥੱਲੇ ਝਾਕਣ ਦੀ ਵੀ ਲੋੜ ਹੈ ਜੀ। ਜੋ ਗਰਾਊਂਡ ਲੈਵਲ 'ਤੇ ਵਰਕ ਕਰਦੇ ਨੇ, ਜ਼ਿਲ੍ਹਾ ਪੱਧਰ 'ਤੇ ਵਰਕ ਕਰਦੇ ਨੇ, ਬਹੁਤ ਲੀਡਰ ਨੇ ਜੀ ਜਿਹੜੇ ਉੱਪਰ ਆਪਾਂ ਨੂੰ ਦਿਖਦੇ ਨਹੀਂ ਹੈਗੇ, ਪਰ ਉਹਨਾਂ ਦੀ ਮਿਹਨਤ ਅਗਰ ਆਪਾਂ ਹਲਕੇ ਵਾਈਜ਼ ਜਾ ਕੇ ਦੇਖਿਆ ਜਾਵੇ ਜਾਂ ਜ਼ਿਲ੍ਹੇ ਵਾਈਜ਼ ਦੇਖਿਆ ਜਾਵੇ, ਬਹੁਤ ਲੀਡਰ ਮਿਲ ਜਾਣਗੇ ਜੀ। ਇੱਦਾਂ ਦਾ ਨਹੀਂ ਕੁਛ ਹੈ। ਲੀਡਰ ਜਿੱਦਾਂ ਹਰ ਘਰ ਦੇ ਵਿੱਚ ਹੀ ਲੀਡਰ, ਅੱਜ ਕੱਲ੍ਹ ਹਰ ਬੰਦਾ ਹੀ ਲੀਡਰ ਆਪਦੇ ਨੂੰ ਕਹਾਉਂਦਾ ਹੈ, ਹਰ ਪਾਰਟੀ ਦੇ ਵਿੱਚ ਵੀ ਇੱਦਾਂ ਹੈ। ਅਤੇ ਬਹੁਤ ਮੈਨੂੰ ਲੱਗਦਾ ਕਿ ਬਹੁਤ ਲੀਡਰ ਨੇ ਜੀ ਜੋ ਅੱਗੇ ਆ ਸਕਦੇ ਨੇ, ਜਿਹੜੇ ਚੰਗੇ ਪੜ੍ਹੇ ਲਿਖੇ ਆਪਣੀ ਕੌਮ ਨੂੰ, ਆਪਣੀ ਪਾਰਟੀ ਨੂੰ ਅੱਗੇ ਵਧਾ ਸਕਦੇ ਨੇ, ਚਲਾ ਸਕਦੇ ਨੇ ਜੀ। ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜੀ। ਤੁਸੀਂ ਬਚਪਨ ਤੋਂ ਹੀ ਆਪਣੇ ਪਿਤਾ ਜੀ ਦੀ ਉਂਗਲੀ ਫੜ ਕੇ ਅਕਾਲੀ ਪਾਰਟੀ ਦੇ ਵਿੱਚ ਵਿਚਰ ਰਹੇ ਹੋ, ਆਪਣੇ ਫਾਦਰ ਸਾਹਿਬ ਦੇ ਨਾਲ ਸਰਗਰਮੀਆਂ ਦੇਖ ਰਹੇ ਹੋ, ਅਤੇ ਕੱਲ੍ਹ ਦੀ ਆਪਾਂ ਦੇਖੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਗਾਹ ਪਿਆ ਹੋਇਆ
ਅਕਾਲੀ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ, ਤੇ ਇਸ ਪ੍ਰਧਾਨਗੀ ਦੇ ਅਹੁਦੇ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਕਿਹੜੇ ਬਜ਼ੁਰਗ ਲੱਗਦਾ ਇਸ ਤਰ੍ਹਾਂ ਦਾ ਜੋ ਪਾਰਟੀ ਦੀ ਵਾਗਡੋਰ ਸਾਂਭ ਸਕਦੇ ਨੇ, ਜਾਂ ਕਿਹੜਾ ਨੌਜਵਾਨ ਲੱਗਦਾ ਜੋ ਪਾਰਟੀ ਨੂੰ ਸਹੀ ਰਸਤੇ ਤੇ ਲੈ ਕੇ ਜਾ ਸਕਦੇ ਨੇ? ਦੋਨੋਂ ਹੀ ਆਪਸ਼ਨ ਦੇ ਦਿਓ ਨਾ, ਤਾਂ ਹੀ ਤੁਹਾਨੂੰ ਕਿ ਵੀ ਬਜ਼ੁਰਗ ਵੀ ਦੱਸ ਦਿਓ ਤੇ ਨੌਜਵਾਨ ਵੀ ਦੱਸ ਦਿਓ। ਦੋਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜੀ। ਮੈਨੂੰ ਜਿੱਦਾਂ ਲੱਗਦਾ ਕਿ ਪਹਿਲੀ ਗੱਲ ਤਾਂ ਸਾਡੇ ਸੁਖਬੀਰ ਸਿੰਘ ਬਾਦਲ ਜੋ ਪ੍ਰਧਾਨ ਜੀ ਨੇ ਇਹੀ ਰਹਿਣਾ ਚਾਹੀਦੇ ਨੇ ਜੀ, ਕਿਉਂਕਿ ਇਹਨਾਂ ਨੂੰ ਬਾਦਲ ਸਾਹਿਬ ਹਜੇ ਆਪ ਸਭ ਕੁਝ ਕਰ ਸਕਦੇ ਨੇ, ਘੁਮਾ ਸਕਦੇ ਹੈਗੇ ਆ। ਇਹਨਾਂ ਨੂੰ ਪਤਾ ਵਾ ਕਿੱਦਾਂ ਪਾਰਟੀ ਨੂੰ ਚਲਾਉਣਾ। ਪਹਿਲਾਂ ਵੀ ਮੁਸੀਬਤਾਂ ਆਈਆਂ ਨੇ ਜੀ, ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਚੇਂਜ ਕਰਨ ਦੀ ਲੋੜ ਹੈ। ਇਹ ਹੈ ਆਪਣੇ ਆਪ 'ਚ ਸੁਧਾਰ ਕਰਨ ਦੀ ਜ਼ਰੂਰ ਲੋੜ ਹੈ ਜੀ। ਸੁਧਾਰ ਹੋ ਜਾਣ ਤਾਂ ਪਬਲਿਕ ਨੂੰ ਅਗਰ ਵਿਸ਼ਵਾਸ ਦਿਵਾਉਣ ਦੀ ਗੱਲ ਹੈ ਜੀ, ਜੋ ਲੋਕਾਂ ਦਾ ਵਿਸ਼ਵਾਸ ਆ ਗਿਆ ਤਾਂ ਪਾਰਟੀ ਆਪੇ ਦੁਬਾਰਾ ਉੱਠ ਖੜੂਗੀ ਜੀ। ਪਰ ਸੁਧਾਰ ਦੀ ਗੱਲ ਇਸ ਤਰ੍ਹਾਂ ਨਾ, ਹੁਣ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਦੀ ਗੱਲ ਕਰੀਏ, ਜੇਕਰ ਗੱਲ ਕਰੀਏ ਆਪਾਂ ਸੁਖਬੀਰ ਬਾਦਲ ਦੀ, ਤਾਂ ਸੁਖਬੀਰ ਬਾਦਲ ਨੇ ਹੁਣ ਤੱਕ ਤਾਂ ਆਪਣੇ ਵਿੱਚ ਸੁਧਾਰ ਨਹੀਂ ਲਿਆਂਦਾ। ਜੇ ਸੁਧਾਰ ਲਿਆਂਦਾ ਹੁੰਦਾ ਤਾਂ ਜਿਮਨੀ ਚੋਣ ਦੇ ਵਿੱਚ ਗੋਲਡਨ ਚਾਂਸ ਆਪਣੇ ਹੱਥੋਂ ਨਾ ਜਾਂਦਾ। ਇਹ ਵੀ ਹੈ ਜੀ, ਬਟ ਦੇਖੋ ਹੋਰ ਲੀਡਰ ਵੀ ਬਥੇਰੇ ਨੇ ਜੀ। ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਗੋਬਿੰਦ ਸਿੰਘ ਲੌਂਗੋਵਾਲ, ਪੜ੍ਹੇ ਲਿਖੇ MLA ਵੀ ਰਹਿ ਚੁੱਕੇ ਨੇ, ਉਹ ਵੀ ਤਜਰਬੇਕਾਰ ਨੇ, ਅਤੇ ਉਹਨਾਂ ਬਾਰੇ ਵੀ ਸੋਚ ਲੈਣਾ ਚਾਹੀਦਾ। ਸ਼ਰੀਫ ਅਤੇ ਇਮਾਨਦਾਰ ਵੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ। ਉਹ ਵੀ ਜੋ ਸ਼੍ਰੋਮਣੀ ਕਮੇਟੀ ਦੀ ਵੀ ਜਿਨ੍ਹਾਂ ਨੇ ਕਾਰਜਕਾਲ ਸਮੇਂ ਪ੍ਰਧਾਨਗੀ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਅਗਰ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਸ਼ਾਇਦ ਉਹ ਵੀ ਸਾਂਭ ਸਕਦੇ ਆ ਜੀ। ਤੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੰਤ ਦੇ ਵਿੱਚ ਜਿਸ ਤਰ੍ਹਾਂ ਸੰਗਰੂਰ ਵਾਲਿਆਂ ਨੇ ਕੇਸਰੀ ਕਰ ਦਿੱਤਾ, ਤੀਸਰੀ ਧਿਰ ਜੋ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਉਸ ਤੀਸਰੀ ਧਿਰ ਨੂੰ ਸਾਹਮਣੇ ਲਿਆਂਦਾ, ਤੇ SYL ਦੇ ਉੱਤੇ ਦੋ ਸ਼ਬਦ ਚੱਲੇ ਹੋਏ ਨੇ ਕਿ ਟੋਪੀ ਔਰ ਪੱਗ। ਇਸ ਦੇ ਡਿਫਰੈਂਸ ਦੇ ਬਾਰੇ ਦੱਸਿਆ ਗਿਆ। ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਦੇ ਨਾਲ ਪੱਗ ਦੇ ਸੰਬੰਧ ਦੇ ਵਿੱਚ ਨੌਜਵਾਨਾਂ ਨੂੰ ਇੱਕ ਇਹੋ ਜਿਹਾ ਸੁਨੇਹਾ ਦੇਵੋ ਤਾਂ ਜੋ ਸਾਡੇ ਨੌਜਵਾਨ ਪੰਜਾਬ ਦੇ ਵਿੱਚ ਕੇਸਰੀ ਕਰ ਦੇਣ। ਸਮਾਂ ਆਉਂਦਾ ਜੀ, ਪਹਿਲਾਂ ਜਦੋਂ ਅਸੀਂ ਛੋਟੇ ਸੀਗੇ, ਸਾਡੇ ਟਾਈਮ 84 ਦਾ ਦੌਰ ਚੱਲਦਾ ਸੀਗਾ ਜੀ, ਉਦੋਂ ਵੀ ਹਰ ਸਿਰ 'ਤੇ ਕੇਸਰੀ ਪੱਗ ਹੀ ਦਿਖਦੀ ਸੀ। ਫਿਰ ਸਮਾਂ ਆਇਆ ਜੀ, ਸਰਕਾਰਾਂ ਦੀ ਦਖਲਅੰਦਾਜ਼ੀ ਹੋਈ, ਸਿੱਖ ਕੌਮ 'ਤੇ ਬਹੁਤ ਅਤਿਆਚਾਰ ਹੋਏ ਨੇ ਜੀ। ਉਦੋਂ ਬਾਅਦ ਫਿਰ ਮੈਨੂੰ ਲੱਗਦਾ ਕਿਤੇ ਜਾ ਕੇ ਦੁਬਾਰਾ ਲੋਕ ਵਾਲ ਕਟਾਉਣ ਲੱਗ ਗਏ ਸੀਗੇ ਜੀ ਮੁੰਡੇ। ਹੁਣ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਜੀ, ਪਿਛਲੇ 4-5 ਸਾਲ ਤੋਂ ਦੇਖ ਰਿਹਾ ਕਿ ਦੁਬਾਰਾ ਰੁਝਾਨ ਹੋਇਆ ਲੋਕਾਂ ਦਾ, ਮੁੰਡਿਆਂ ਦਾ, ਕਿ ਅੱਜ ਕੱਲ੍ਹ ਪੱਗਾਂ ਦੇ ਲੰਗਰ ਲੱਗ ਰਹੇ ਨੇ ਜੀ। ਬੜੀ ਮਤਲਬ ਖੁਸ਼ੀ ਦੀ ਗੱਲ। ਅੱਗੇ ਤਾਂ ਚਾਹ ਪਕੌੜਿਆਂ ਦੀ ਸੁਣਦੇ ਹੁੰਦੇ ਸੀ, ਅੱਜ ਕੱਲ੍ਹ ਨਵੀਂ ਟਰੈਂਡ ਹੈ ਜੀ ਇਹ ਵੀ ਕਿ ਪੱਗਾਂ ਦੇ ਲੰਗਰ ਲੱਗ ਰਹੇ ਨੇ। ਜਿੱਦਾਂ ਸ਼ੁਭਦੀਪ ਸਿੱਧੂ ਦੇ ਭੋਗ 'ਤੇ ਵੀ ਲਾਏ ਸੀ, ਲੰਗਰ ਲਾਇਆ ਗਿਆ ਸੀਗਾ ਜੀ। ਇੱਦਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਸਰੀ ਹੀ ਦਿਖਣੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਅਤੇ ਹੋਊਗੀ ਵੀ ਜੀ, ਕਿ ਦੁਬਾਰਾ ਹਰ ਸਿਰ 'ਤੇ ਤੁਹਾਨੂੰ ਕੇਸਰੀ ਸਾਹਿਬ ਹੀ ਦਿਖੂਗੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਣਨ ਦੇ ਲਈ ਕਿ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਸੰਗਰੂਰ ਦੇ ਖਾਲਸ ਵੋਟਰਾਂ ਦੇ ਕੇਸਰੀ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਨੌਜਵਾਨ ਕਦੋਂ ਕੇਸਰੀ ਦੀ ਲਹਿਰ ਲੈ ਕੇ ਆਉਂਦੇ ਨੇ, ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।